ਐਲਏ ਤੋਂ ਆ ਗਈ ਆਪਦੇ ਬਾਪੂ ਵਾਸਤੇ ਪ੍ਰਚਾਰ ਕਰਨ ਲਈ। ਪੈਰੈਂਟਸ ਆਪਣੀ ਹਰ ਇੱਕ ਚੀਜ਼ ਦੇ ਵਿੱਚ ਸਪੋਰਟਿਵ ਹੁੰਦੇ ਆ, ਤਾਂ ਜੇ ਹੁਣ ਮੇਰੇ ਪਾਪਾ ਨੇ ਇਹ ਬਹੁਤ ਵੱਡਾ ਲਾਈਕ ਇਹ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਤਾਂ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ। ਟਿਕਟ ਅਨਾਉਂਸ ਹੋਈ ਉਦੋਂ ਹੀ ਸੋਚ ਲਿਆ ਸੀ ਵੀ ਪੈਕਿੰਗ ਕਰ ਲੈਣੀ ਹੈ ਤੇ ਜਲਦੀ ਜਲਦੀ ਜਾਣਾ ਹੈ ਘਰ ਵਾਪਸ। ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਮੈਂ ਕਾਹਲੀ ਸੀਗੀ ਕਿ ਕਦੋਂ ਮੇਰੇ ਐਗਜ਼ਾਮਸ ਖਤਮ ਹੋਣ, ਅਤੇ ਮੇਰੇ ਫਰਾਈਡੇ ਐਗਜ਼ਾਮਸ ਖਤਮ ਹੋਏ ਦੈਨ ਸੈਟਰਡੇ ਮੈਂ ਪਹਿਲੀ ਫਲਾਈਟ ਲੈ ਕੇ ਤੇ ਇੰਡੀਆ ਪਹੁੰਚ ਗਈ ਸੀ। ਕੈਂਪੇਨਿੰਗ ਕਿਵੇਂ ਚੱਲ ਰਹੀ ਤੁਹਾਡੀ? ਮੈਂ ਮੋਸਟ ਆਫ ਦ ਟਾਈਮ ਡੋਰ ਟੂ ਡੋਰ ਕਰਦੀ ਹਾਂ। ਜਿਹੜੇ ਮੇਰੇ ਪਰਸਨਲ ਲਿੰਕਸ ਹੈਗੇ, ਮੇਰੇ ਨਾਲ ਸਕੂਲ ਦੇ ਵਿੱਚ ਪੜ੍ਹੇ ਹੋਏ ਲੋਕ ਹੈ, ਜਾਂ ਫਿਰ ਉਹਨਾਂ ਦੀਆਂ ਫੈਮਲੀਜ਼ ਹੈ, ਜਾਂ ਫਿਰ ਕਿਸੇ ਸਾਡੇ ਜਿਹੜੇ ਵਲੰਟੀਅਰਸ ਆਰਗੇਨਾਈਜ਼ ਕਰਦੇ ਆ ਮੀਟਿੰਗਸ ਵਗੈਰਾ, ਮੈਂ ਉੱਥੇ ਵੀ ਜਾਂਦੀ ਹਾਂ। ਐਤਕੀ ਲੋਕ ਡੈਫੀਨੇਟਲੀ ਬਦਲਾਵ ਚਾਹੁੰਦੇ ਹੈ। 70 ਸਾਲਾਂ ਦੇ ਲੋਕ ਅੱਕੇ ਪਏ ਆ ਇਹਨਾਂ ਤੋਂ, ਇਹਨਾਂ ਦੀ ਜਿਹੜੀ ਅਨਆਰਗੇਨਾਈਜ਼ਡ ਜਿਹੜਾ ਇੱਕ ਸਿਸਟਮ ਕ੍ਰੀਏਟ ਹੋਇਆ ਪਿਆ ਹੈਗਾ। 70 ਸਾਲਾਂ ਬਾਅਦ ਵੀ ਹਜੇ ਲੋਕਾਂ ਦੇ ਸਿਰ 'ਤੇ ਛੱਤ ਨਹੀਂ ਹੈਗੀ, ਤਾਂ ਇਹ ਬਹੁਤ ਵੱਡੀ ਆਈ ਥਿੰਕ ਇੱਕ ਪ੍ਰੋਬਲਮ ਹੈਗੀ ਹੈ ਪੰਜਾਬ ਦੇ ਲਈ। ਕਿਵੇਂ ਕੰਪੇਅਰ ਕਰਦੇ ਹੋ ਪੰਜਾਬ ਨੂੰ ਅਮਰੀਕਾ ਦੇ ਨਾਲ, ਉੱਥੋਂ ਦੀ ਰਾਜਨੀਤੀ ਨੂੰ ਪੰਜਾਬ ਦੇ ਨਾਲ? ਉੱਥੇ ਜਿਹੜੀ ਪੋਲੀਟਿਕਸ ਹੁੰਦੀ ਹੈ ਉਹ ਮੁੱਦਿਆਂ ਦੇ ਬੇਸ 'ਤੇ ਹੁੰਦੀ ਹੈ, ਕੁਛ ਲਾਈਕ ਕੋਈ ਗਰਾਊਂਡ ਬੇਸਿਸ 'ਤੇ। ਪਰ ਇੱਥੇ ਮੈਂ ਕਈ ਵਾਰੀ ਦੇਖਦੀ ਹੁੰਦੀ ਹਾਂ ਕਿ ਜਿਹੜੇ ਪੋਲੀਟੀਸ਼ੀਅਨਸ ਹੈਗੇ ਉਹ ਬਹੁਤ ਪਿੱਟੀ ਪੋਲੀਟਿਕਸ ਕਰਦੇ ਆ। ਡਿਵੈਲਪਮੈਂਟ ਦੇ ਨਾਮ 'ਤੇ ਉਹਨਾਂ ਕੋਲ ਕੋਈ ਪਲਾਨਸ ਨਹੀਂ ਹੈਗੇ, ਰਾਦਰ ਉਹ ਇੱਕ ਦੂਜੇ ਦੀਆਂ ਜਿਵੇਂ ਪਰਸਨਲ ਇਸ਼ੂਜ਼ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਕੇ ਅਤੇ ਉਹਨਾਂ ਚੀਜ਼ਾਂ ਨੂੰ ਫੋਕਸ ਕਰਦੇ ਆ। ਉੱਥੇ ਉਹ ਜਿਹੜੀਆਂ ਡਿਵੈਲਪਮੈਂਟ ਬਾਰੇ ਜ਼ਿਆਦਾ ਹੈਲਥ ਕੇਅਰ 'ਤੇ ਜ਼ਿਆਦਾ ਗੱਲ ਹੁੰਦੀ ਹੈ, ਜਾਂ ਲੋਕਾਂ ਦੀ ਐਜੂਕੇਸ਼ਨ ਸਿਸਟਮ 'ਤੇ ਜ਼ਿਆਦਾ ਗੱਲ ਕਰਦੇ ਆ। ਉਹਨਾਂ ਦੀ ਜੇ ਮਤਲਬ ਸਿਸਟਮ ਦੇ ਵਿੱਚ ਲੂਪ ਹੋਲਸ ਨੂੰ ਫਿਕਸ ਕਿਵੇਂ ਕਰਨਾ, ਉਹਨਾਂ ਚੀਜ਼ਾਂ 'ਤੇ ਜ਼ਿਆਦਾ ਗੱਲ ਹੁੰਦੀ ਹੈ, ਜਿਹੜੀ ਇੱਥੇ ਨਹੀਂ ਹੁੰਦੀ। ਪਿਛਲੀ ਵਾਰ ਹਾਰ ਗਏ ਸੀ ਜਦੋਂ ਦੂਸਰੇ ਨੰਬਰ ਤੇ ਰਹੇ ਸੀ ਤੁਹਾਡੇ ਪਿਤਾ ਜੀ, ਇਸ ਵਾਰ ਕੀ ਲੱਗ ਰਿਹਾ, ਕਿਹੋ ਜਿਹਾ ਰਿਸਪੌਂਸ ਹੈ, ਕੀ ਕਹਿੰਦੇ ਆ ਲੋਕ? ਕਿਸੇ ਨੂੰ ਪੈਸਾ ਨਹੀਂ ਦਿੱਤਾ ਸੀ ਉਹਨਾਂ ਨੇ, ਕਿਸੇ ਨੂੰ ਸ਼ਰਾਬ ਨਹੀਂ ਦਿੱਤੀ ਸੀ, ਅਤੇ ਉਹ ਨਿਰੋਲ ਜਿਹੜੀ ਉਹਨਾਂ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਪਈ ਸੀਗੀ। ਸੋ ਇਟ ਵਾਜ਼ ਅ ਵਿਨ। ਉੱਥੇ ਪੈਸਾ ਅਤੇ ਸ਼ਰਾਬ ਜਿਹੜੀ ਹੈਗੀ ਹੈ ਨਾ, ਪਿੱਟੀ ਪੋਲੀਟਿਕਸ ਮੈਂ ਮੰਨਦੀ ਹਾਂ ਇਹ ਚੀਜ਼ ਨੂੰ, ਹੈ ਨਾ, ਉਹ ਨਹੀਂ ਹੈਗਾ ਉੱਥੇ। ਡੈਫੀਨੇਟਲੀ ਮੁੱਦਿਆਂ ਦੇ ਆਧਾਰ 'ਤੇ ਇਲੈਕਸ਼ਨ ਆਉਂਦੇ ਆ। ਹੁਣ ਮੇਰੀ ਪ੍ਰਾਇਓਰਿਟੀ ਰਾਈਟ ਨਾਓ ਇਲੈਕਸ਼ਨਸ ਹੈਗੇ, ਸੋ ਡੈਫੀਨੇਟਲੀ ਐਜੂਕੇਸ਼ਨ ਓਨੀ ਪ੍ਰਾਇਓਰਟਾਈਜ਼ ਨਹੀਂ ਹੋ ਪਾ ਰਹੀ। ਮੈਂ ਹੁਣ ਵੀ ਰਾਤ ਨੂੰ ਆਪਦੀ ਕਲਾਸਿਸ ਲਾਉਣੀ ਹਾਂ। ਅੱਜ ਮੇਰੀ ਰਾਤ ਨੂੰ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਲਾਸ ਸੀਗੀ, ਅਤੇ ਉਸ ਤੋਂ ਬਾਅਦ 3 ਘੰਟੇ ਸੌਣ ਦਾ ਮੌਕਾ ਮਿਲਿਆ। 3 ਘੰਟੇ ਸੌਂਦੇ ਹੋ? ਹਾਂਜੀ, 3 ਘੰਟੇ, ਜਾਂ ਕਈ ਵਾਰੀ ਦਿਨੇ ਜਦੋਂ ਡਰਾਈਵ ਕਾਰ ਦੇ ਵਿੱਚ ਹੁੰਦੀ ਹੈ ਤਾਂ ਨੈਪ ਲੈ ਲਈਦੀ ਹੈ, ਪਾਵਰ ਨੈਪ 30 ਮਿੰਟ। ਐਨਰਜੀ ਡਰਿੰਕ ਪੀ ਕੇ ਚੱਲਦਾ ਕੰਮ ਕਿ ਚਾਹ ਪੀ ਕੇ ਚੱਲਦਾ? ਨਹੀਂ, ਪੰਜਾਬੀਆਂ ਦੀ ਚਾਹ ਐਨਰਜੀ ਡਰਿੰਕ ਵਰਗੀ ਹੁੰਦੀ ਹੈ। ਕਈ ਵਾਰੀ ਜੇ ਲੱਗੇ ਤਾਂ ਥੋੜ੍ਹਾ ਬਹੁਤ ਐਨਰਜੀ ਡਰਿੰਕ ਲੈ ਲੈਂਦੀ ਹੈ। ਸਟ੍ਰੈਟਜੀ ਕੌਣ ਪਲਾਨ ਕਰਦਾ, ਜਾਂ ਕੋਈ ਯੂਐਸਏ 'ਚ ਕਹਿੰਦੇ ਕਿ ਚੰਗੇ ਚੰਗੇ ਪਲੈਨਰ ਹੈਗੇ ਆ, ਡਿਸਕਸ ਕਰਦੇ ਹੋ ਕਿਸੇ ਨਾਲ? ਐਵੇਂ ਨਹੀਂ ਹੈਗਾ ਕਿ ਹਾਂ ਅਸੀਂ ਕੋਈ ਬਹੁਤ ਫੈਂਸੀ ਇਹਨਾਂ ਵਾਂਗੂ ਪ੍ਰਸ਼ਾਂਤ ਕਿਸ਼ੋਰ ਜਾਂ ਕੋਈ ਹੋਰ ਵੱਡਾ ਬੰਦਾ ਨਹੀਂ ਹੈ ਨਾ, ਵੀ ਲਾਈਕ ਅਸੀਂ ਹਾਇਰ ਕੀਤੇ ਹੋਏ ਆ। ਮਤਲਬ ਆਮ ਲੋਕ ਹੈ ਅਸੀਂ, ਅਤੇ ਜੋ ਆਮ ਲੋਕ ਸਾਨੂੰ ਜਿਹੜੇ ਵੀ ਸਾਡੇ ਵਲੰਟੀਅਰ ਸਾਨੂੰ ਜੋ ਕਹਿੰਦੇ ਸੀ। ਹੀ ਹੈਡ ਪਾਵਰ, ਉਹਨਾਂ ਕੋਲ ਪਾਵਰ ਸੀਗੀ, ਹੈ ਨਾ, ਐਂਡ ਆਈ ਥਿੰਕ ਇਨਫ ਟਾਈਮ ਸੀਗਾ ਕਿ ਉਹ ਲੋਕਾਂ ਦੇ ਲਈ ਕੰਮ ਕਰ ਸਕਦੇ ਸੀ, ਰਾਦਰ ਦੈਨ ਡੂਇੰਗ ਉਹ ਕਰਨ ਦੇ। ਉਹਨਾਂ ਨੇ ਜਿਹੜੀ ਇਹ ਆਈ ਵੁੱਡ ਸੇ ਨੌਨਸੈਂਸ ਕੈਂਪੇਨਿੰਗ ਕੀਤੀ ਹੈ। ਕੈਲੀਫੋਰਨੀਆ ਬਣ ਸਕਦਾ ਕਦੇ? ਮੈਂ ਚਾਹੂੰਗੀ ਕਿ ਪੰਜਾਬ ਕੈਲੀਫੋਰਨੀਆ ਨਾ ਹੀ ਬਣੇ ਤਾਂ ਚੰਗੀ ਗੱਲ ਹੈ। ਸਿਆਸਤਦਾਨ ਤਾਂ ਕਹਿੰਦੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ, ਕੋਈ ਕਹਿੰਦਾ ਪੈਰਿਸ ਬਣਾ ਦੇਣਾ। ਧੀਆਂ ਮਾਪਿਆਂ ਦੇ ਨਾਲ ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਨਾਲ ਖੜ੍ਹਦੀਆਂ ਨੇ। ਧੀਆਂ ਅਤੇ ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ ਨੇ ਧੀਆਂ ਦੇ ਉੱਪਰ। ਕਿਹਾ ਜਾਂਦਾ ਹੈ ਪੁੱਤ ਵੰਡਾਉਣ ਜ਼ਮੀਨਾਂ, ਧੀਆਂ ਦੁੱਖ ਵੰਡਾਉਂਦੀਆਂ ਨੇ। ਧੀਆਂ ਦੁੱਖ ਸੁੱਖ ਦੇ ਵਿੱਚ ਵੀ ਨਾਲ ਖੜ੍ਹਦੀਆਂ ਨੇ। ਮਾਪਿਆਂ ਦੇ ਨਾਲ ਸਭ ਤੋਂ ਵੱਧ ਜਿਹੜਾ ਰਿਸ਼ਤਾ ਹੁੰਦਾ ਹੈ ਕਰੀਬੀ, ਉਹ ਧੀ ਦਾ ਹੁੰਦਾ ਹੈ। ਔਰ ਇਲੈਕਸ਼ਨ ਦਾ ਦੌਰ ਚੱਲ ਰਿਹਾ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਧੀਆਂ ਵੀ ਵੱਧ ਚੜ੍ਹ ਕੇ ਹਿੱਸੇਦਾਰੀ ਪਾ ਰਹੀਆਂ ਨੇ। ਜਿਹੜੇ ਕੈਂਡੀਡੇਟ ਨੇ ਉਹਨਾਂ ਦੀਆਂ ਬੇਟੀਆਂ, ਕੋਈ ਵਿਦੇਸ਼ ਤੋਂ ਆਈ ਹੈ, ਕੋਈ ਬਾਹਰੋਂ ਪੜ੍ਹਨ ਗਈ ਹੋਈ ਸੀ, ਉਹ ਵਾਪਸ ਆ ਗਈ ਔਰ ਆਪਣੇ ਮਾਪਿਆਂ ਦੇ ਲਈ ਕੈਂਪੇਨਿੰਗ ਕੀਤੀ ਜਾ ਰਹੀ ਹੈ। ਔਰ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ। ਉਹਨਾਂ ਦੀ ਬੇਟੀ ਐਲਏ ਤੋਂ ਆਈ ਹੈ ਬੇਟੀ, ਆਪਣੇ ਬਾਪੂ ਦੇ ਲਈ ਪ੍ਰਚਾਰ ਕਰ ਰਹੀ ਹੈ। ਔਰ ਸਿਮਰਨ ਕੌਰ ਸਾਡੇ ਨਾਲ ਨੇ। ਸਿਮਰਨ ਜੀ, ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਕੁੜੀ ਐਲਏ ਤੋਂ ਆ ਗਈ ਆਪਦੇ ਬਾਪੂ ਵਾਸਤੇ ਪ੍ਰਚਾਰ ਕਰਨ ਲਈ।
ਹਾਂਜੀ ਮੈਂ ਸਮਝਦੀ ਹਾਂ ਵੀ ਪੈਰੈਂਟਸ ਆਪਣੀ ਹਰ ਇੱਕ ਚੀਜ਼ ਦੇ ਵਿੱਚ ਸਪੋਰਟਿਵ ਹੁੰਦੇ ਆ ਤਾਂ ਜੇ ਹੁਣ ਮੇਰੇ ਪਾਪਾ ਨੇ ਇਹ ਬਹੁਤ ਵੱਡਾ ਲਾਈਕ ਇਹ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜਾ ਹਾਂਜੀ ਤੇ ਜਦੋਂ ਟਿਕਟ ਅਨਾਉਂਸ ਹੋਈ ਉਦੋਂ ਹੀ ਸੋਚ ਲਿਆ ਸੀ ਵੀ ਪੈਕਿੰਗ ਕਰ ਲੈਣੀ ਹੈ ਤੇ ਜਲਦੀ ਜਲਦੀ ਜਾਣਾ ਹੈ ਘਰ ਵਾਪਸੀ। ਨਹੀਂ ਮੇਰੇ ਮੈਂ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਮੈਂ ਕਾਹਲੀ ਸੀਗੀ ਕਿ ਕਦੋਂ ਮੇਰੇ ਐਗਜ਼ਾਮਸ ਖਤਮ ਹੋਣ ਤੇ ਮੇਰੇ ਫਰਾਈਡੇ ਐਗਜ਼ਾਮਸ ਖਤਮ ਹੋਏ ਐਂਡ ਦੈਨ ਸੈਟਰਡੇ ਮੈਂ ਪਹਿਲੀ ਫਲਾਈਟ ਲੈ ਕੇ ਤੇ ਇੰਡੀਆ ਪਹੁੰਚ ਗਈ ਸੀ ਸੋ ਹੁਣ ਸ਼ੁੱਕਰਵਾਰ ਨੂੰ ਐਗਜ਼ਾਮ ਹੋਇਆ ਤੇ ਸ਼ਨੀਵਾਰ ਨੂੰ ਫਲਾਈਟ ਫੜ ਲਈ। ਹਾਂਜੀ ਨਹੀਂ ਕਿਉਂਕਿ ਮੈਂ ਇੱਕ ਵੀਕ ਪਹਿਲਾਂ ਹੀ ਪਲਾਨ ਮਤਲਬ ਆਪਦੀ ਟਿਕਟ ਬਾਈ ਕੀਤੀ ਐਗਜ਼ਾਮ ਕਿਉਂਕਿ ਮੈਨੂੰ ਇਹ ਸੀਗਾ ਕਿ ਮੈਂ ਉੱਥੋਂ ਵੀ ਰਿਲੈਕਸ ਹੋ ਕੇ ਆਵਾਂ ਹੈ ਨਾ ਆਈ ਮੀਨ ਮੈਂ ਡੈਂਟਿਸਟਰੀ ਕਰ ਰਹੀ ਹਾਂ ਈਜ਼ੀ ਨਹੀਂ ਹੈਗੀ ਉਹ ਪੜ੍ਹਾਈ ਵੀ ਬਟ ਤਾਂ ਮੈਨੂੰ ਇਹ ਸੀਗਾ ਕਿ ਐਟਲੀਸਟ ਉਹ ਇੱਕ ਬੈਲੈਂਸ ਮੇਨਟੇਨ ਕਰਕੇ ਜਾਵਾਂ ਤਾਂ ਪਰ ਮੇਰਾ ਦਿਲ ਤਾਂ ਜਦੋਂ ਦੀ ਟਿਕਟ ਅਨਾਉਂਸ ਹੋਈ ਸੀ ਉਸ ਤੋਂ ਪਹਿਲਾਂ ਦਾ ਹੀ ਸੀਗਾ ਕਿ ਕਦੋਂ ਮੈਂ ਜਾਵਾਂ ਇਲੈਕਸ਼ਨ ਜਿਹੜਾ ਮਾਹੌਲ ਤਾਂ ਬਹੁਤ ਪਹਿਲਾਂ ਕ੍ਰੀਏਟ ਹੋ ਜਾਂਦਾ ਸੋ ਮੈਨੂੰ ਜਲਦੀ ਸੀ ਵੀ ਕਦੋਂ ਟਾਈਮ ਆਵੇ ਤੇ ਮੈਂ ਜਾਵਾਂ ਫੈਮਿਲੀ ਨਾਲ ਗੱਲ ਹੋ ਗਈ ਸੀ ਵੀ ਮੈਂ ਵੀ ਆ ਰਹੀ ਹਾਂ ਵਾਪਸ। ਹਾਂਜੀ ਨਹੀਂ ਐਤਕੀ ਇਸ ਵਾਰੀ ਦੱਸ ਕੇ ਆਈ ਸੀ ਪਰ ਮੈਂ ਪਲਾਨ ਤਾਂ ਮੇਰਾ ਇਹ ਸੀਗਾ ਕਿ ਮੈਂ ਪਾਪਾ ਨੂੰ ਸਰਪ੍ਰਾਈਜ਼ ਹੀ ਦੇਵਾਂ ਪਰ ਉਹ ਸਮਹਾਓ ਵਰਕਆਊਟ ਨਹੀਂ ਹੋਇਆ ਕਿਉਂਕਿ ਮੈਂ ਮੰਮਾ ਨੂੰ ਦੱਸਣਾ ਪਿਆ ਫਿਰ ਉਹ ਜੇ ਮੰਮਾ ਨੂੰ ਦੱਸੋ ਤਾਂ ਫਿਰ ਉਹਨਾਂ ਉਹ ਐਵੇਂ ਲਾਈਕ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਮੈਨੂੰ ਭੇਜਿਆ ਸੀਗਾ ਸਾਡੇ ਰਿਸ਼ਤੇਦਾਰੀ ਨੇ ਉਹਨਾਂ ਨੂੰ ਲੈਣ ਲਈ ਤੇ ਉਹ ਐਂ ਗੱਲ ਪੁੱਛਦੇ ਤੇ ਉਹ ਪਾਪਾ ਨੇ ਇਹ ਦੇਖੀ ਓਵਰਹਰਡ ਤੇ ਉਹਦੇ ਕਰਕੇ ਫਿਰ ਉਹ ਪਲਾਨ ਸਕਸੈਸਫੁਲ ਨਹੀਂ ਹੋਇਆ ਪਰ ਇਸ ਵਾਰੀ ਦੱਸਣਾ ਪਿਆ ਉਹਨਾਂ ਨੂੰ ਕਿਸ ਤਰ੍ਹਾਂ ਚੱਲ ਰਹੀ ਹੈ ਕੈਂਪੇਨਿੰਗ ਆ ਕੇ ਦੋਸਤਾਂ ਮਿੱਤਰਾਂ ਨੂੰ ਫੋਨ ਕਰੇ ਜਾਂ ਕਿਵੇਂ ਜਾ ਰਹੇ ਹੋ ਕੈਂਪੇਨਿੰਗ ਕਿਵੇਂ ਚੱਲ ਰਹੀ ਤੁਹਾਡੀ। ਸੋ ਮੈਂ ਮੋਸਟ ਆਫ ਦਾ ਟਾਈਮ ਡੋਰ ਟੂ ਡੋਰ ਕਰਦੀ ਹਾਂ ਪਰ ਜਿਹੜੇ ਮੇਰੇ ਪਰਸਨਲ ਲਿੰਕਸ ਹੈਗੇ ਮੇਰੇ ਨਾਲ ਸਕੂਲ ਦੇ ਵਿੱਚ ਪੜ੍ਹੇ ਹੋਏ ਲੋਕ ਹੈ ਜਾਂ ਫਿਰ ਉਹਨਾਂ ਦੀਆਂ ਫੈਮਲੀਜ਼ ਹੈ ਜਾਂ ਫਿਰ ਕਿਸੇ ਸਾਡੇ ਜਿਹੜੇ ਵਲੰਟੀਅਰਸ ਆਰਗੇਨਾਈਜ਼ ਕਰਦੇ ਆ ਮੀਟਿੰਗਸ ਵਗੈਰਾ ਮੈਂ ਉੱਥੇ ਵੀ ਜਾਂਦੀ ਹੈਗੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ। ਲੋਕਾਂ ਵੱਲੋਂ ਤਾਂ ਬਹੁਤ ਪੋਜ਼ਿਟਿਵ ਰਿਸਪੌਂਸ ਹੈਗਾ ਐਤਕੀ ਲੋਕ ਡੈਫੀਨੇਟਲੀ ਬਦਲਾਵ ਚਾਹੁੰਦੇ ਹੈ 70 ਸਾਲਾਂ ਦੇ ਲੋਕੀ ਅੱਕੇ ਪਏ ਇਹਨਾਂ ਤੋਂ ਇਹਨਾਂ ਦੀ ਜਿਹੜੀ ਅਨਆਰਗੇਨਾਈਜ਼ਡ ਜਿਹੜਾ ਇੱਕ ਸਿਸਟਮ ਕ੍ਰੀਏਟ ਹੋਇਆ ਪਿਆ ਹੈਗਾ ਡੈਫੀਨੇਟਲੀ ਪੀਪਲ ਲਾਈਕ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕੀਤੀਆਂ ਤਾਂ ਉਹਨਾਂ ਨੂੰ ਐਤਕੀ ਬਦਲਾਵ ਚਾਹੁੰਦੇ ਆ ਕਿਹੜੀਆਂ ਚੀਜ਼ਾਂ ਦੇਖਦੇ ਹੋ ਤੁਸੀਂ ਉੱਥੋਂ ਦੀ ਜਿਹੜੀ ਪੋਲਿਟਿਕਸ ਹੈ ਉਸ ਨੂੰ ਔਰ ਇੰਡੀਆ ਦੀ ਜਾਂ ਪੰਜਾਬ ਦੀ ਪੋਲਿਟਿਕਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕੁਝ ਚੀਜ਼ਾਂ ਬਰਾਬਰ ਹੈਗੀਆਂ ਇੱਕ ਦੂਜੇ ਨਾਲ ਮਿਲਦੀਆਂ ਜਾਂ ਡਿਫਰੈਂਟ ਲੱਗਦਾ। ਆਈ ਥਿੰਕ ਡਰੱਗ ਸਾਰਿਆਂ ਨਾਲੋਂ ਵੱਡਾ ਇਸ਼ੂ ਹੈਗਾ ਵਰਲਡ ਵਾਈਡ 'ਤੇ ਹੈ ਨਾ ਤਾਂ ਮੈਂ ਉਹ ਇਹ ਸੋਚਦੀ ਹਾਂ ਕਿ ਉੱਥੇ ਵੀ ਉਹ ਇਸ਼ੂ ਹੈਗਾ ਪੰਜਾਬ ਦੇ ਵਿੱਚ ਡੈਫੀਨੇਟਲੀ ਬਹੁਤ ਵੱਡਾ ਇਸ਼ੂ ਹੈਗਾ ਅਤੇ ਹੋਮਲੈਸਨੈਸ ਮਤਲਬ ਮੈਂ ਇਹ ਸੋਚਦੀ ਹਾਂ ਕਿ ਪੰਜਾਬ ਆਪਾਂ ਸੋਨੇ ਦੀ ਚਿੜੀ ਕਹਿੰਦੇ ਹਾਂ ਅਤੇ ਇੱਥੇ ਵੀ ਲੋਕੀ ਫੁੱਟਪਾਥ 'ਤੇ ਸੌਂਦੇ ਆ ਹੈ ਨਾ ਇੱਕ ਵੀਡੀਓ ਵਾਇਰਲ ਹੋਈ ਸੀ ਕਿ CM ਸਾਹਿਬ ਰਾਤ ਨੂੰ ਲੋਕਾਂ ਨੂੰ ਕੰਬਲ ਵੰਡਦੇ ਫਿਰਦੇ ਐਂਡ ਆਈ ਥਿੰਕ ਇਟ ਵਾਜ਼ ਵੈਰੀ ਡਿਸਹਾਰਟਨਿੰਗ ਫॉर ਮੀ ਸੀਇੰਗ ਕਿ ਅਸੀਂ ਘੱਟੋ ਘੱਟ ਪੰਜਾਬੀਆਂ ਦੇ ਤੌਰ 'ਤੇ ਆਪਾਂ ਇਹ ਕਹਿੰਦੇ ਹਾਂ ਕਿ ਸਾਨੂੰ ਖੁੱਲ੍ਹੇ ਦਿਲ ਹੁੰਦੇ ਆ ਲੋਕਾਂ ਦੇ ਅਤੇ ਉੱਥੇ ਵੀ ਜੇ ਲੋਕ ਸੜਕਾਂ 'ਤੇ ਸੌਂਦੇ ਆ ਤਾਂ ਮੈਂ ਕਹੂੰਗੀ ਪੰਜਾਬ ਦੀ ਬਦਕਿਸਮਤੀ ਹੈ ਇਹ 70 ਸਾਲਾਂ ਬਾਅਦ ਵੀ ਹਜੇ ਲੋਕਾਂ ਦੇ ਸਿਰ 'ਤੇ ਛੱਤ ਨਹੀਂ ਹੈਗੀ ਤਾਂ ਇਹ ਬਹੁਤ ਵੱਡੀ ਆਈ ਥਿੰਕ ਇੱਕ ਪ੍ਰੋਬਲਮ ਹੈਗੀ ਹੈ ਪੰਜਾਬ ਦੇ ਲਈ। ਕਿਵੇਂ ਕੰਪੇਅਰ ਕਰਦੇ ਹੋ ਪੰਜਾਬ ਨੂੰ ਅਮਰੀਕਾ ਦੇ ਨਾਲ ਉੱਥੋਂ ਦੀ ਰਾਜਨੀਤੀ ਨੂੰ ਪੰਜਾਬ ਦੇ ਨਾਲ। ਕੰਪੈਰੀਜ਼ਨ ਆਈ ਥਿੰਕ ਮੈਂ ਕਹੂੰਗੀ ਐਟਲੀਸਟ ਉੱਥੇ ਜਿਹੜੀ ਪੋਲੀਟਿਕਸ ਹੁੰਦੀ ਹੈ ਉਹ ਮੁੱਦਿਆਂ ਦੇ ਬੇਸ 'ਤੇ ਹੁੰਦੀ ਹੈ ਕੁਛ ਲਾਈਕ ਕੋਈ ਗਰਾਊਂਡ ਬੇਸਿਸ 'ਤੇ ਪਰ ਇੱਥੇ ਮੈਂ ਕਈ ਵਾਰੀ ਦੇਖਦੀ ਹੁੰਦੀ ਹਾਂ ਕਿ ਜਿਹੜੇ ਪੋਲੀਟੀਸ਼ੀਅਨਸ ਹੈਗੇ ਉਹ ਬਹੁਤ ਪਿੱਟੀ ਪੋਲੀਟਿਕਸ ਕਰਦੇ ਆ ਲਾਈਕ ਡਿਵੈਲਪਮੈਂਟ ਦੇ ਨਾਮ 'ਤੇ ਉਹਨਾਂ ਕੋਲ ਕੋਈ ਪਲਾਨਸ ਨਹੀਂ ਹੈਗੇ ਰਾਦਰ ਉਹ ਇੱਕ ਦੂਜੇ ਦੀਆਂ ਜਿਵੇਂ ਪਰਸਨਲ ਇਸ਼ੂਜ਼ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਕੇ ਅਤੇ ਉਹਨਾਂ ਚੀਜ਼ਾਂ ਨੂੰ ਫੋਕਸ ਕਰਦੇ ਆ ਸੋ ਆਈ ਥਿੰਕ ਰਾਦਰ ਦੈਨ ਮਤਲਬ ਵੀ ਇੱਕ ਦੂਜੇ ਨੂੰ ਟਾਰਗੇਟ ਕਰਨਾ ਅਤੇ ਜਿਹੜੀ ਕੋਝੀ ਪੋਲੀਟਿਕਸ ਕਰਦੇ ਆ ਇਟ ਸ਼ੁੱਡ ਬੀ ਬੇਸਡ ਔਨ ਡਿਵੈਲਪਮੈਂਟਲ ਮਾਡਲ ਅਤੇ ਉਹ ਚੀਜ਼ ਉਹ ਮਤਲਬ ਆਈ ਥਿੰਕ ਉੱਥੇ ਉਹ ਜਿਹੜੀਆਂ ਡਿਵੈਲਪਮੈਂਟ ਬਾਰੇ ਜ਼ਿਆਦਾ ਹੈਲਥ ਕੇਅਰ 'ਤੇ ਜ਼ਿਆਦਾ ਗੱਲ ਹੁੰਦੀ ਹੈ ਜਾਂ ਲੋਕਾਂ ਦੀ ਐਜੂਕੇਸ਼ਨ ਸਿਸਟਮ 'ਤੇ ਜ਼ਿਆਦਾ ਗੱਲ ਕਰਦੇ ਆ ਉਹਨਾਂ ਦੀ ਜੇ ਮਤਲਬ ਸਿਸਟਮ ਦੇ ਵਿੱਚ ਲੂਪ ਹੋਲਸ ਨੂੰ ਫਿਕਸ ਕਿਵੇਂ ਕਰਨਾ ਉਹਨਾਂ ਚੀਜ਼ਾਂ 'ਤੇ ਜ਼ਿਆਦਾ ਗੱਲ ਹੁੰਦੀ ਹੈ ਜਿਹੜੀ ਇੱਥੇ ਨਹੀਂ ਹੋ ਰਹੀ। ਪਿਛਲੀ ਵਾਰ ਹਾਰ ਗਏ ਸੀ ਜਦੋਂ ਦੂਸਰੇ ਨੰਬਰ ਤੇ ਰਹੇ ਸੀ ਤੁਹਾਡੇ ਪਿਤਾ ਜੀ ਇਸ ਵਾਰ ਕੀ ਲੱਗ ਰਿਹਾ ਕਿਹੋ ਜਿਹਾ ਰਿਸਪੌਂਸ ਹੈ ਕੀ ਕਹਿੰਦੇ ਆ ਲੋਕ। ਮੈਂ ਮੰਨਦੀ ਹਾਂ ਵੀ ਪਾਪਾ ਹਾਰੇ ਨਹੀਂ ਸੀ ਪਿਛਲੀ ਵਾਰੀ ਉਹਨਾਂ ਨੂੰ ਪਿਛਲੀ ਵਾਰ 39,000 ਵੋਟ ਸੀਗੀਆਂ ਅਪਰੋਕਸੀਮੇਟਲੀ ਤਾਂ ਉਹਨਾਂ ਨੇ ਕਿਸੇ ਬੰਦੇ ਨੂੰ ਇਹ ਨਹੀਂ ਕਿਹਾ ਸੀ ਕਿਸੇ ਨੂੰ ਪੈਸਾ ਨਹੀਂ ਦਿੱਤਾ ਸੀ ਉਹਨਾਂ ਨੇ ਕਿਸੇ ਨੂੰ ਸ਼ਰਾਬ ਨਹੀਂ ਦਿੱਤੀ ਸੀ ਅਤੇ ਉਹ
ਨਿਰੋਲ ਜਿਹੜੀ ਉਹਨਾਂ ਨੂੰ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਈ ਸੀਗੀ। ਸੋ ਇਟ ਵਾਸ ਅ ਵਿਨ ਐਂਡ ਅਸੀਂ ਫਰਸਟ ਟਾਈਮ ਉਦੋਂ ਇਲੈਕਸ਼ਨਸ ਸੀਗੇ ਤਾਂ ਇੱਕ ਆਪਦੇ ਆਪ ਵਿੱਚ ਇੱਕ ਬਹੁਤ ਵੱਡੀ ਜਿੱਤ ਸੀ। ਤੇ ਦੂਜੇ ਨੰਬਰ ਤੇ ਆਉਣਾ ਤੇ ਇਹਨਾਂ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਅਸੀਂ ਆਮ ਘਰਾਂ ਦੇ ਲੋਕ ਹੈਗੇ ਆ ਤੇ ਉਹ ਜਿਹੜੀ ਉਹ ਫੈਕਟਰ ਹੈਗਾ ਤਾਂ ਇਟ ਵਾਸ ਅ ਵਿਨ ਇਟਸੈਲਫ। ਡੈਫੀਨੇਟਲੀ ਅਸੀਂ MLA ਨਹੀਂ ਬਣੇ, ਉਹ ਇੱਕ ਵੱਖਰੀ ਗੱਲ ਹੈ, ਪਰ ਐਤਕੀ ਇਸ ਵਾਰੀ ਲੋਕੀ ਉਹ ਚੀਜ਼ ਨੂੰ 5 ਸਾਲਾਂ ਵਿੱਚ ਲੋਕੀ ਐਜੂਕੇਟ ਹੋਏ ਹੈ, ਮੈਂ ਮੰਨਦੀ ਹਾਂ। ਤਾਂ ਐਤਕੀ ਡੈਫੀਨੇਟਲੀ ਲੋਕ ਸਾਨੂੰ ਮਤਲਬ ਸਪੋਰਟ ਕਰਨਗੇ ਤੇ ਜਿੱਤਾਂਗੇ ਵੀ। ਤੁਸੀਂ ਦਾਰੂ ਦੀ ਗੱਲ ਕੀਤੀ, ਉੱਥੇ ਵੀ ਦਾਰੂ ਦਾ ਜ਼ਿਕਰ ਹੁੰਦਾ ਜਦੋਂ ਇਲੈਕਸ਼ਨ ਹੁੰਦੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਉੱਥੇ ਵੈਸੇ ਹੁੰਦੀਆਂ ਇਹ ਚੀਜ਼ਾਂ ਕਿ ਭਾਈ ਦਾਰੂ ਵੰਡਤੀ, ਜਾਂ ਇੱਥੇ ਤਾਂ ਚਲੋ ਕਹਿੰਦੇ ਕਿ ਜੀ ਪੈਸਾ ਵੰਡਤਾ, ਫਿਰ ਕਹਿੰਦੇ ਕਿ ਜੀ ਦਾਰੂ ਬਹੁਤ ਵੰਡੀ ਜਾਂਦੇ, ਇਸ ਤਰ੍ਹਾਂ ਦੀ ਚਰਚਾ ਚਲੋ ਚੱਲਦੀ ਹੁੰਦੀ ਹੈ। ਪਰ ਉੱਥੇ ਪੈਸਾ ਤੇ ਸ਼ਰਾਬ ਜਿਹੜੀ ਹੈਗੀ ਹੈ ਨਾ, ਪਿਟੀ ਪੋਲੀਟਿਕਸ ਮੈਂ ਮੰਨਦੀ ਹਾਂ ਇਹ ਚੀਜ਼ ਨੂੰ, ਹੈ ਨਾ, ਉਹ ਨਹੀਂ ਹੈਗਾ ਉੱਥੇ। ਡੈਫੀਨੇਟਲੀ ਮੁੱਦਿਆਂ ਦੇ ਆਧਾਰ 'ਤੇ ਇਲੈਕਸ਼ਨ ਆਉਂਦੇ ਆ। ਤੁਸੀਂ ਮਤਲਬ ਤੁਹਾਡੇ ਕੋਲੇ ਸੋਸਾਇਟੀ ਨੂੰ ਦੇਣ ਦੇ ਲਈ ਪਲਾਨਸ ਕੀ ਹੈਗੇ ਆ, ਤੁਸੀਂ ਲੋਕਾਂ ਨੂੰ ਦੇਣਾ ਕੀ ਹੈ, ਤੁਸੀਂ ਲੋਕਾਂ ਦੀ ਲਾਈਫ ਸਟਾਈਲ ਇੰਪਰੋਵਾਈਜ਼ ਕਿਵੇਂ ਕਰਨੀ ਹੈ, ਉਹਨਾਂ ਚੀਜ਼ਾਂ 'ਤੇ ਮਤਲਬ ਇਲੈਕਸ਼ਨਸ ਹੁੰਦੇ ਆ, ਰਾਦਰ ਦੈਨ ਕਿ ਮਤਲਬ ਇਹਨੂੰ ਜੀ 1000 ਰੁਪਏ 'ਚ ਵੋਟਾਂ ਖਰੀਦ ਲਓ, ਚਾਹੇ 2000 'ਚ ਕਰ ਲਓ, ਚਾਹੇ ਮਤਲਬ ਸ਼ਰਾਬ ਪਿਆ ਕੇ, ਹੈ ਨਾ, ਜਿਹੜਾ ਆਈ ਥਿੰਕ ਪੰਜਾਬ ਦੀ ਅਗੇਨ ਮੈਂ ਸਮਝਦੀ ਹਾਂ ਕਿ ਬਹੁਤ ਜ਼ਿਆਦਾ ਲਾਈਕ ਮੰਦਭਾਗੀ ਗੱਲ ਹੈ ਇਹ। ਹੁਣ ਤੁਸੀਂ ਲੋਕਾਂ 'ਚ ਜਾ ਰਹੇ ਹੋ, ਕਿਹੜੀਆਂ ਗੱਲਾਂ ਕਰਦੇ ਹੋ, ਲੋਕਾਂ ਨੂੰ ਕੀ ਕਹਿੰਦੇ ਹੋ, ਭਾਈ ਮੇਰੇ ਬਾਪੂ ਨੂੰ ਵੋਟ ਪਾਓ, ਮੇਰੇ ਪਿਤਾ ਜੀ ਨੂੰ ਵੋਟ ਪਾਓ, ਫਾਦਰ ਸਾਹਿਬ ਨੂੰ ਵੋਟ ਪਾਓ? ਮੈਂ ਲੋਕਾਂ ਨੂੰ ਸਿਰਫ ਇਹ ਕਹਿੰਦੀ ਹਾਂ ਵੀ 70 ਸਾਲਾਂ ਵਿੱਚ ਜਿਹੜਾ ਤੁਹਾਡਾ ਹਾਲ ਹੋਇਆ ਤੁਹਾਨੂੰ ਪਤਾ ਹੈ, ਸਾਨੂੰ ਰਿਪੀਟ ਕਰਕੇ ਅਸੀਂ ਉਹਨਾਂ ਨੂੰ ਜ਼ਖਮਾਂ ਨੂੰ ਖਰੀਦਣਾ ਨਹੀਂ ਚਾਹੁੰਦੇ, ਪਰ ਉਹਨਾਂ ਨੂੰ ਖੁਦ ਨੂੰ ਪਤਾ ਹੈਗਾ। ਮੈਂ ਉਹਨਾਂ ਨੂੰ ਇਹ ਕਹਿੰਦੀ ਹਾਂ ਵੀ ਅਸੀਂ ਤੁਹਾਡੇ ਕੋਲੋਂ ਇਹ ਨਹੀਂ ਕਹਿੰਦੇ ਹੈਗੇ ਵੀ ਤੁਸੀਂ ਅਸੀਂ ਤੁਹਾਨੂੰ ਪੈਸੇ ਦੇਵਾਂਗੇ, ਵੋਟਾਂ ਖਰੀਦਾਂਗੇ ਜਾਂ ਤੁਹਾਨੂੰ ਅਸੀਂ ਸ਼ਰਾਬ ਪਿਆਵਾਂਗੇ। ਅਸੀਂ ਤੁਹਾਡੇ ਤੋਂ ਸਿਰਫ ਇੱਕ ਮੌਕਾ ਮੰਗਦੇ ਹਾਂ ਅਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਕਿ ਮੈਂ ਅੱਜ ਤੁਹਾਡੇ ਕੋਲੇ ਆ ਰਹੀ ਹਾਂ ਵੋਟਾਂ ਮੰਗਣ, ਅਤੇ ਮੈਂ ਅਗਲੀ ਵਾਰੀ ਨਹੀਂ ਆਊਂਗੀ। ਅਗਲੀ ਵਾਰੀ ਤੁਹਾਨੂੰ ਸਾਡਾ ਕੰਮ ਚੰਗਾ ਲੱਗੂਗਾ ਤਾਂ ਤੁਸੀਂ ਸਾਨੂੰ ਪਾ ਦਿਓ, ਅਤੇ ਪਰ ਇੱਕ ਮੌਕਾ ਇਸ ਵਾਰੀ ਜ਼ਰੂਰ ਦਿਓ। ਉੱਥੋਂ ਦੇ ਜਿਹੜੇ ਆਉਣ ਲੱਗਿਆਂ ਫਰੈਂਡਸ ਨੂੰ ਕਾਲ ਕਰਤੀ ਸੀ, ਭਾਈ ਮੈਂ ਆ ਰਹੀ ਹਾਂ, ਮੇਰੇ ਫਾਦਰ ਸਾਹਿਬ ਨੂੰ ਸਪੋਰਟ ਕਰਿਓ? ਜ਼ਰੂਰ। ਸਾਰਿਆਂ ਨਾਲੋਂ ਪਹਿਲਾਂ ਟਿਕਟ ਅਨਾਊਂਸ ਜਦੋਂ ਹੋਈ ਸੀ, ਮੈਂ ਸਾਰਿਆਂ ਨਾਲੋਂ ਪਹਿਲਾਂ ਉਹਦੇ ਜਿੰਨੇ ਵੀ ਫਰੈਂਡ ਸਰਕਲ ਦੇ ਵਿੱਚ ਹੈਗੇ ਆ ਸਾਰਿਆਂ ਨੂੰ ਮੈਸੇਜ ਕੀਤਾ ਸੀਗਾ ਕਿ ਐਤਕੀ ਸਪੋਰਟ ਕਰਨੀ ਹੈ ਅਤੇ ਵੋਟ ਵੀ ਪਾਉਣੀ ਹੈ। ਨਾਈਟ ਡਿਸਟਰਬ ਤਾਂ ਨਹੀਂ ਹੋਈ? ਆਈ ਥਿੰਕ ਇੱਕ ਜਦੋਂ ਮਤਲਬ ਇੱਕ ਥੋੜ੍ਹਾ ਰੈਗੂਲਰ ਲਾਈਫ ਸਟਾਈਲ ਦੇ ਵਿੱਚ ਜਦੋਂ ਕੋਈ ਚੀਜ਼ ਮਤਲਬ ਜਿਵੇਂ ਕਹਿੰਦੇ ਆ ਨਾ ਕਿ ਹੁਣ ਮੇਰੀ ਪ੍ਰਾਇਓਰਿਟੀ ਰਾਈਟ ਨਾਓ ਇਲੈਕਸ਼ਨਸ ਹੈਗੇ ਆ, ਸੋ ਡੈਫੀਨੇਟਲੀ ਐਜੂਕੇਸ਼ਨ ਓਨੀ ਪ੍ਰਾਇਓਰਟਾਈਜ਼ ਨਹੀਂ ਹੋ ਪਾ ਰਹੀ। ਮੈਂ ਹੁਣ ਵੀ ਰਾਤ ਨੂੰ ਆਪਦੀ ਕਲਾਸਿਸ ਲਾਉਂਦੀ ਹਾਂ। ਅੱਜ ਮੇਰੀ ਰਾਤ ਨੂੰ 1 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਲਾਸ ਸੀਗੀ, ਅਤੇ ਉਸ ਤੋਂ ਬਾਅਦ 3 ਘੰਟੇ ਸੌਣ ਦਾ ਮੌਕਾ ਮਿਲਿਆ। ਸੋ ਡੈਫੀਨੇਟਲੀ ਓਨਾ ਟਾਈਮ ਨਹੀਂ ਦੇ ਪਾ ਰਹੀ ਹੈਗੀ ਮੈਂ। ਡਿਸਟਰਬੈਂਸ ਡੈਫੀਨੇਟਲੀ ਹੋ ਗਿਆ ਆਈ ਥਿੰਕ, ਬਟ ਇਟਸ ਸਮਥਿੰਗ ਮੈਂ ਇੱਕ ਜਿਹੜਾ ਰਿਸਕ ਲੈਣ ਨੂੰ ਤਿਆਰ ਹੈਗੀ ਹਾਂ। ਸੋ ਆਈ ਥਿੰਕ ਮੈਨੂੰ ਰਾਈਟ ਨਾਓ ਇਹ ਹੈਗਾ ਕਿ ਪੰਜਾਬ ਦੇ ਲੋਕਾਂ ਨੂੰ ਸੁਧਾਰ ਲਈਏ। ਸੋ 3 ਘੰਟੇ ਸੌਂਦੇ ਹੋ ਤੁਸੀਂ? ਹਾਂਜੀ, 3 ਘੰਟੇ, ਜਾਂ ਕਈ ਵਾਰੀ ਦਿਨੇ ਜਦੋਂ ਕਾਰ ਦੇ ਵਿੱਚ ਹੁੰਦੀ ਹੈ ਤਾਂ ਨੈਪ ਲੈ ਲਈਦੀ ਹੈ, ਪਾਵਰ ਨੈਪ 30 ਮਿੰਟ, ਤਾਂ ਐਵੇਂ ਟਾਈਮ ਪਾਸ ਜਾ ਹੋ ਜਾਂਦਾ। ਐਨਰਜੀ ਡਰਿੰਕ ਪੀ ਕੇ ਚੱਲਦਾ ਕੰਮ ਕਿ ਚਾਹ ਪੀ ਕੇ ਚੱਲਦਾ? ਨਹੀਂ, ਪੰਜਾਬੀਆਂ ਦੀ ਚਾਹ ਐਨਰਜੀ ਡਰਿੰਕ ਵਰਗੀ ਹੁੰਦੀ ਹੈ। ਸੋ ਪਰ ਕਈ ਵਾਰੀ ਜੇ ਲੱਗੇ ਤਾਂ ਥੋੜ੍ਹਾ ਬਹੁਤ ਐਨਰਜੀ ਡਰਿੰਕ ਲੈ ਲਈਦੀ ਹੈ। ਉੱਥੇ ਤਾਂ ਐਨਰਜੀ ਡਰਿੰਕ ਚੱਲਦੀ ਹੋਣੀ, ਇੱਥੇ ਆ ਕੇ ਜਾਂ ਉੱਥੇ ਵੀ ਚਾਹ ਵਾਲਾ ਕਲਚਰ ਚਲਾਤਾ ਪੰਜਾਬੀਆਂ ਨੇ ਜ਼ਿਆਦਾ? ਨਹੀਂ, ਆਪਣੇ ਪੰਜਾਬੀ ਤਾਂ ਪੰਜਾਬੀ ਚਾਹ ਬਿਨਾਂ ਰਹਿ ਨਹੀਂ ਸਕਦੇ, ਸਵੇਰੇ ਉੱਠਣ ਸਾਰ ਚਾਹ ਚਾਹੀਦੀ ਹੈ। ਕਈ ਲੋਕ ਇਹੋ ਜਿਹੇ ਹੈਗੇ ਕਹਿੰਦੇ ਫੇਰ ਹੀ ਮੰਜੇ ਤੋਂ ਉੱਠਣਾ ਮੈਂ। ਨਹੀਂ, ਡੈਫੀਨੇਟਲੀ ਉੱਥੇ ਚਾਹ ਤਾਂ ਘਰੇ ਬਣਦੀ ਹੈਗੀ ਹੈ, ਪਰ ਵੀ ਇੱਕ ਜਿਹੜਾ ਹੁੰਦਾ ਨਾ ਈਜ਼ੀ ਹੋ ਜਾਂਦਾ ਕਿ ਤੁਸੀਂ ਸਵੇਰੇ ਉੱਠੋਗੇ ਚਾਹ ਬਣਾਓਗੇ, ਉਹਦੇ ਨਾਲ ਚੰਗਾ ਕਿ ਉਹ ਕੈਨ ਹੁੰਦਾ, ਖੋਲ੍ਹੋ ਪੀਓ ਅਤੇ ਤੁਹਾਡਾ ਚੱਲੋ ਆਪਦੇ ਕੰਮਾਂ ਕਾਰਾਂ 'ਤੇ। ਸੋ ਹੁਣ ਜ਼ਿਆਦਾ ਚਾਹ ਚੱਲ ਰਹੀ ਹੈ, ਐਨਰਜੀ ਡਰਿੰਕ ਘੱਟ ਕਰਤੀ ਆ ਕੇ? ਨਹੀਂ, ਪੰਜਾਬੀਆਂ ਦੀ ਚਾਹ ਐਨਰਜੀ ਡਰਿੰਕ ਕਰਕੇ ਹੀ ਹੁੰਦੀ ਹੈ। ਹਾਂਜੀ। ਤਾਂ ਕਿੰਨੇ ਘੰਟੇ ਜਾਂਦੇ ਹੋ, ਪ੍ਰਚਾਰ ਪ੍ਰਸਾਰ ਕਰਦੇ ਹੋ ਤੁਸੀਂ, ਲੋਕਾਂ ਦੇ ਵਿੱਚ ਜਾ ਰਹੇ ਹੋ, ਕਿੰਨੇ ਘਰ ਕਵਰ ਕਰਤੇ ਹੁਣ ਤੱਕ? ਮੈਂ 4 ਪਿੰਡਾਂ 'ਚ ਜਾ ਆਈ ਹਾਂ ਪਿਛਲੇ 1 ਹਫ਼ਤੇ ਦੇ ਵਿੱਚ। ਬਾਕੀ ਮੇਰੇ ਜ਼ਿਆਦਾ ਸ਼ਹਿਰ 'ਤੇ ਫੋਕਸ ਹੈਗਾ, ਡਿਫਰੈਂਟ ਏਰੀਆਜ਼ 'ਤੇ, ਡਿਫਰੈਂਟ ਕਲੋਨੀਆਂ ਦੇ ਵਿੱਚ ਮੈਂ ਉੱਥੇ ਹੁੰਦੀ ਹਾਂ। ਅਤੇ ਮੈਂ ਸਵੇਰੇ 9-9:30 ਵਜੇ ਤਕਰੀਬਨ ਨਿਕਲ ਜਾਂਦੀ ਹਾਂ ਡਿਫਰੈਂਟ ਜਿੱਥੇ ਵੀ ਡਿਊਟੀ ਲੱਗਦੀ ਹੈ ਨਾ। ਤਾਂ ਅਤੇ ਕਈ ਵਾਰੀ 8 ਵੱਜ ਜਾਂਦੇ ਆ, 9 ਵਜੇ ਵੱਜ ਜਾਂਦੇ ਆ ਬਾਹਰ। ਤਾਂ ਅੱਛਾ, ਸ਼ਾਮ ਨੂੰ ਸਵੇਰੇ 9 ਵਜੇ ਨਿਕਲਦੇ ਹੋ, ਰਾਤ ਨੂੰ 8-9 ਵਜੇ ਤੱਕ? ਹਾਂਜੀ ਹਾਂਜੀ। ਮੈਂ ਕਈ ਵਾਰੀ ਸਟੈਪਸ ਆਪਦੇ ਕਾਊਂਟ ਕਰਦੀ ਹੁੰਦੀ ਹਾਂ, ਅਤੇ ਮੇਰੇ ਇੱਕ ਦਿਨ ਦੇ 12-13 ਮੀਲ ਮੇਰੀ ਵਾਕ ਹੋ ਜਾਂਦੀ ਹੈ। ਅੱਛਾ। ਹਾਂਜੀ।
ਸੋ ਨਹੀਂ ਹੁੰਦੀ ਹੁਣ ਇੰਨੀ ਯੂਐਸਏ 'ਚ? ਨਹੀਂ, ਉੱਥੇ ਸਾਨੂੰ ਵਾਕ ਕਰਨ ਲਈ ਸਪੈਸ਼ਲੀ ਹਾਈਕਿੰਗ ਕਰਨ ਜਾਣਾ ਪੈਂਦਾ ਹੈ ਨਾ। ਤੁਹਾਨੂੰ ਇੱਕ ਪਲਾਨ ਬਣਾਉਣਾ ਵੀ ਹਾਂਜੀ ਆਹ ਵੀਕਐਂਡ ਆਪਾਂ ਇੱਥੇ ਹਾਈਕਿੰਗ ਕਰਨ ਜਾਣੇ, ਉਹ ਹੁਣ ਇੱਥੇ ਹਾਈਕ ਜਿਹੜੀ ਹੈ ਰੋਜ਼ ਵਾਂਗੂ ਹੀ ਹੋ ਜਾਂਦੀ ਹੈ ਸਾਡੀ। ਤੇ ਕੀ ਕਹਿੰਦੀ ਹੈ ਫੈਮਿਲੀ? ਫੈਮਿਲੀ ਸਾਡੀ ਉਹ ਇਹ ਕਹਿੰਦੇ ਆ ਵੀ ਐਤਕੀ ਜ਼ਰੂਰ ਜਿੱਤਾਂਗੇ। ਲੋਕ ਕੀ ਕਹਿੰਦੇ, ਲੋਕਾਂ 'ਚ ਜਾਂਦੇ ਹੋ? ਲੋਕ ਵੀ ਇਹੀ ਕਹਿੰਦੇ ਆ ਕਿ ਐਤਕੀ ਤਾਂ ਉਹ ਲੋਕੀ ਸਾਨੂੰ ਐਕਚੁਅਲੀ, ਮੈਨੂੰ ਇੱਕ ਬਹੁਤ ਇੰਟਰਸਟਿੰਗ ਗੱਲ ਇਹ ਲੱਗਦੀ ਹੁੰਦੀ ਵੀ ਲੋਕੀ ਕਹਿੰਦੇ ਵੀ ਤੁਹਾਨੂੰ ਇੱਥੇ ਆਉਣ ਦੀ ਲੋੜ ਹੀ ਨਹੀਂ, ਅਸੀਂ ਐਤਕੀ ਆਪੇ ਹੀ ਵੋਟਾਂ ਪਾ ਦੇਣੀਆਂ ਤੁਹਾਨੂੰ। ਐਂ ਤਾਂ ਲੋਕ ਕਹਿੰਦੇ, ਪਿਛਲੀ ਵਾਰ ਵੀ ਕਹਿ ਰਹੇ ਸੀਗੇ, ਲੋਕ ਕਹਿੰਦੇ ਸੀਗੇ ਭਾਈ ਵੋਟਾਂ ਤੁਹਾਨੂੰ ਪਾਉਣੀਆਂ, ਕਹਿੰਦੇ ਪਿਛਲੀ ਵਾਰ ਤਾਂ ਵੇਵ ਬਹੁਤ ਸੀਗੀ ਝਾੜੂ ਦੀ, ਔਰ ਉਸ ਚੀਜ਼ ਨੂੰ ਕਿਤੇ ਪਿਛਲੀ ਵਾਰ ਤੁਸੀਂ ਜਾ ਰਹੇ ਸੀਗੇ ਲੋਕਾਂ ਦੇ ਵਿੱਚ? ਹਾਂਜੀ ਹਾਂਜੀ, ਨਹੀਂ ਮੈਂ ਪਿਛਲੀ ਵਾਰੀ ਵੀ ਸੀਗੀ, ਕੈਂਪੇਨਿੰਗ ਕਰ ਰਹੀ ਸੀ, ਪਰ 5 ਸਾਲ ਪਹਿਲਾਂ ਮੈਂ 19 ਸਾਲਾਂ ਦੀ ਸੀ, ਤਾਂ ਇੱਕ ਟੀਨੇਜਰ ਹੀ ਸੀਗੀ ਮੈਂ, ਹੈ ਨਾ। ਸੋ ਪਰ ਆਈ ਥਿੰਕ ਜਿਵੇਂ ਆਪਾਂ ਵੇ ਆਫ ਸੇਇੰਗ ਵੇਰੀ ਕੀਤਾ ਹੈਗਾ, ਲੋਕਾਂ ਦੀ ਇੱਕ ਆਵਾਜ਼ ਦੇ ਵਿੱਚ ਵੇਰੀਏਸ਼ਨ ਆਇਆ ਹੈਗਾ। ਪਿਛਲੀ ਵਾਰੀ ਆਈ ਥਿੰਕ ਅਸੀਂ ਬਹੁਤ ਅਨਆਰਗੇਨਾਈਜ਼ਡ ਵੀ ਸੀਗੇ, ਅਤੇ ਸਾਨੂੰ ਇੰਨਾ ਐਕਸਪੀਰੀਅੰਸ ਵੀ ਨਹੀਂ ਹੈਗਾ ਸੀ। ਲੋਕ ਡੈਫੀਨੇਟਲੀ ਉਦੋਂ ਵੀ, ਮੈਂ ਕਹੂੰਗੀ ਜੇ ਹੁਣ 40,000 ਵੋਟ ਪਈ ਹੈ ਬਿਨਾਂ ਕਿਸੇ ਪੈਸੇ ਤੋਂ, ਬਿਨਾਂ ਕਿਸੇ ਸ਼ਰਾਬ ਤੋਂ, ਡੈਫੀਨੇਟਲੀ ਉਹ ਚੇਂਜ ਸੀਗੀ। ਐਂਡ ਇਟਸ ਅ ਬਿਗ ਨੰਬਰ। ਆਪਾਂ ਇਹ ਚੀਜ਼ ਨੂੰ ਇਹ ਨਾ ਕਹੀਏ ਕਿ ਨਾ, ਉਹ ਗੱਲ ਉਹੀ ਹੈ ਕਿ ਉਹ ਵਿਨ ਨਹੀਂ ਕਨਵਰਟ ਹੋਈ, ਉਹ ਸੈਪਰੇਟ ਚੀਜ਼ ਹੈ, ਬਟ ਇਟ ਵਾਜ਼ ਵਿਨ ਇਨ ਇਟਸੈਲਫ। ਇਸ ਵਾਰ ਕੀ ਕਹਿ ਰਹੇ, ਇਸ ਵਾਰ ਕੀ 5 ਸਾਲਾਂ ਦੇ ਵਿੱਚ ਕੀ ਚੀਜ਼ਾਂ ਦਾ ਫਰਕ ਦੇਖਿਆ ਤੁਸੀਂ? 5 ਸਾਲਾਂ ਵਿੱਚ ਮੈਂ ਦੇਖਦੀ ਹਾਂ ਵੀ ਲੋਕੀ ਐਜੂਕੇਟ ਹੋਏ। ਫੈਮਿਲੀ ਆਈ ਹੈ? ਨਹੀਂ, ਇਹ ਪਾਰਟੀ ਵਰਕਰ ਨਹੀਂ ਹੈਗਾ। ਹਾਂਜੀ ਹਾਂਜੀ। ਔਰ ਕੀ ਚੀਜ਼ਾਂ ਤੁਸੀਂ ਕਹਿ ਰਹੇ ਸੀਗੇ ਕਿ ਫਰਕ ਦੇਖਿਆ ਤੁਸੀਂ ਪਿਛਲੇ 5 ਸਾਲਾਂ 'ਚ? ਪਿਛਲੇ 5 ਸਾਲਾਂ ਦੇ ਵਿੱਚ ਡੈਫੀਨੇਟਲੀ ਲੋਕੀ ਐਜੂਕੇਟ ਹੋਏ ਹੈਗੇ ਆ, ਉਹਨਾਂ ਨੂੰ ਅਵੇਅਰਨੈਸ ਆਈ ਹੈਗੀ ਹੈ। ਐਂਡ ਮੈਨੂੰ ਲੱਗਦਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਥੋੜ੍ਹਾ ਜਿਹਾ ਇਹ ਸੀਗਾ ਕਿ ਸ਼ਾਇਦ ਕੈਪਟਨ ਉਹਨਾਂ ਨੂੰ ਮਤਲਬ ਕੋਈ ਉਹਨਾਂ ਦੀ ਇੰਪਰੋਵਾਈਜ਼ ਕਰੂਗਾ ਲਾਈਫ ਸਟਾਈਲ ਨੂੰ, ਬਟ ਲੋਕਾਂ ਨੇ ਦੇਖਿਆ ਹੀ ਹੈ 5 ਸਾਲਾਂ ਵਿੱਚ। ਰਾਦਰ ਕੋਵਿਡ ਨੇ ਬਹੁਤ ਵੱਡੀ, ਆਈ ਥਿੰਕ ਕੋਵਿਡ ਡੈਫੀਨੇਟਲੀ ਇੱਕ ਮੈਂ ਕਹੂੰਗੀ ਬਹੁਤ ਜਿਹੜੀ ਉਹ ਸਿਚੁਏਸ਼ਨ ਸੀ, ਬਹੁਤ ਉਹ ਹੋਣੀ ਨਹੀਂ ਸੀ ਚਾਹੀਦੀ, ਹੈ ਨਾ। ਬਟ ਇਟ ਕਾਈਂਡ ਇਨ ਇਟਸੈਲਫ ਲਾਈਕ ਇਟ ਐਜੂਕੇਟਡ ਪੀਪਲ। ਕਿਸਾਨੀ ਸੰਘਰਸ਼ ਨੇ ਲੋਕਾਂ ਨੂੰ, ਜਿਹੜੇ 3 ਲਾਜ਼ ਵਾਲੇ, ਉਹ ਸਾਰੀ ਉਹਨਾਂ ਨੇ ਉਹਨਾਂ ਚੀਜ਼ਾਂ ਨੇ ਲੋਕਾਂ ਨੂੰ ਐਜੂਕੇਟ ਕੀਤਾ, ਅਤੇ ਉਹ ਸਾਰੀਆਂ ਚੀਜ਼ਾਂ ਹੁਣ ਪਿਛਲੀ ਵਾਰ ਵੀ ਲੋਕ ਸਾਨੂੰ ਕਹਿੰਦੇ ਸੀ ਕਿ ਭਾਈ ਹਾਂ ਵੋਟਾਂ ਪਾਵਾਂਗੇ, ਐਤਕੀ ਵੀ ਕਹਿ ਰਹੇ, ਇਹ ਚੀਜ਼ ਤਾਂ ਸੇਮ ਹੀ ਹੈ। ਨਹੀਂ, ਜਿਹੜੀ ਇੱਕ ਵੇ ਆਫ ਸੇਇੰਗ ਹੁੰਦਾ ਹੈ ਨਾ, ਪਿਛਲੀ ਵਾਰ ਲੋਕੀ ਕਹਿੰਦੇ ਹੁੰਦੇ ਸੀ ਜੀ ਹਾਂਜੀ ਕੋਈ ਨਹੀਂ ਵੋਟਾਂ ਪਾਉਣੀਆਂ ਹੀ ਹੈ, ਚਲੋ ਤੁਹਾਨੂੰ ਪਾ ਦਾਂਗੇ, ਹੈ ਨਾ। ਪਰ ਐਤਕੀ ਲੋਕੀ ਕਹਿੰਦੇ ਆ ਜੀ ਤੁਸੀਂ ਬੇਫਿਕਰ ਰਹੋ, ਤੁਹਾਨੂੰ ਹੀ ਪਾਵਾਂਗੇ। ਤਾਂ ਮਤਲਬ ਇੱਕ ਜਿਹੜੀ ਅਸ਼ੋਰੈਂਸ ਫੈਕਟਰ ਹੈਗਾ ਉਹ ਇਨਕਰੀਜ਼ ਹੋਇਆ, ਆਈ ਵੁੱਡ ਸੇ। ਭਰੋਸਾ ਜਿਹਾ ਹੋ ਜਾਂਦਾ, ਹਾਂ ਭਾਈ ਪਿਛਲੀ ਵਾਰ ਨਾਲੋਂ ਆਹ ਫਰਕ ਹੈਗਾ। ਦੇਖੋ ਮੈਂ ਕਹੂੰਗੀ ਜਿੰਨਾ ਚਿਰ ਰਿਜ਼ਲਟ ਨਹੀਂ ਅਨਾਊਂਸ ਹੁੰਦਾ, ਠੀਕ ਹੈ, ਉਹਨਾਂ ਚਿਰ ਤੱਕ ਤਾਂ ਆਪਾਂ ਮਤਲਬ ਮਿਹਨਤ ਜਾਰੀ ਰਹੂਗੀ ਸਾਡੀ, ਪਰ ਲੱਗੇ ਹੋਏ ਆ। ਸਟ੍ਰੈਟਜੀ ਕੌਣ ਪਲਾਨ ਕਰਦਾ, ਜਾਂ ਕੋਈ ਯੂਐਸਏ 'ਚ ਕਹਿੰਦੇ ਕਿ ਚੰਗੇ ਪਲੈਨਰ ਹੈਗੇ ਆ, ਡਿਸਕਸ ਕਰਦੇ ਹੋ ਕਿਸੇ ਨਾਲ? ਨਹੀਂ, ਸਟ੍ਰੈਟਜੀ ਤਾਂ ਅਸੀਂ ਸਾਡੀ ਆਪਦੀ ਮਤਲਬ ਫੈਮਿਲੀ ਹੀ ਪਲਾਨ ਕਰੀਦੀ ਹੈ, ਅਤੇ ਜਾਂ ਜਿਹੜੇ ਪਾਰਟੀ ਦੇ ਵਰਕਰ ਵਲੰਟੀਅਰਸ ਹੈਗੇ ਉਹਨਾਂ ਨਾਲ ਮਿਲ ਕੇ ਇੱਕ ਲਾਈਕ ਇਨ ਅ ਡੈਮੋਕ੍ਰੈਟਿਕ ਵੇ ਅਸੀਂ ਲਾਈਕ ਜਿਹੜੀਆਂ ਸਟ੍ਰੈਟਜੀਜ਼ ਪਲਾਨ ਕਰਦੇ ਹਾਂ। ਬਟ ਐਵੇਂ ਨਹੀਂ ਹੈਗਾ ਕਿ ਹਾਂ ਅਸੀਂ ਕੋਈ ਬਹੁਤ ਫੈਂਸੀ ਇਹਨਾਂ ਵਾਂਗੂ ਪ੍ਰਸ਼ਾਂਤ ਕਿਸ਼ੋਰ ਜਾਂ ਕੋਈ ਹੋਰ ਵੱਡਾ ਬੰਦਾ ਨਹੀਂ ਹੈ ਨਾ, ਵੀ ਲਾਈਕ ਅਸੀਂ ਹਾਇਰ ਕੀਤੇ ਹੋਏ ਆ, ਮਤਲਬ ਆਮ ਲੋਕ ਹੈ ਅਸੀਂ, ਅਤੇ ਜੋ ਆਮ ਲੋਕੀ ਸਾਨੂੰ, ਜਿਹੜੇ ਵੀ ਸਾਡੇ ਵਲੰਟੀਅਰ ਸਾਨੂੰ ਜੋ ਕਹਿੰਦੇ ਅਸੀਂ ਉਹ ਕਰਦੇ। ਵਾਅਦਿਆਂ ਦੀ ਗੱਲ ਚੱਲਦੀ, ਕਹਿੰਦੇ ਕਿ ਅਸੀਂ ਆਹ ਵੀ ਫ੍ਰੀ ਦੇ ਦਿਆਂਗੇ, ਉਹ ਵੀ ਫ੍ਰੀ ਦੇ ਦਿਆਂਗੇ, ਔਰ ਉੱਥੋਂ ਦੀ ਪੋਲਿਟਿਕਸ ਨੂੰ ਤੁਸੀਂ ਦੇਖਿਆ ਨਜ਼ਦੀਕ ਤੋਂ? ਕੁਛ ਹੱਦ ਤੱਕ ਹਾਂਜੀ। ਮੈਂ ਹੈਗੀਆਂ ਇਹ ਚੀਜ਼ਾਂ ਸੇਮ? ਡੈਫੀਨੇਟਲੀ ਹੈਲਥ ਕੇਅਰ ਉੱਥੇ ਲੋਕਾਂ ਲਈ ਫ੍ਰੀ ਹੈਗੀ ਹੈ, ਇਹ ਨਹੀਂ ਹੈਗਾ ਕਿ ਕਹਿੰਦੇ ਕਿ 1000 ਰੁਪਇਆ ਦੇ ਦਿਆਂਗੇ। ਨਵਜੋਤ ਸਿੱਧੂ 4 ਦਿਨ ਪਹਿਲਾਂ ਕਹਿੰਦੇ ਸੀ ਕਿ ਐਂ ਕਿਵੇਂ ਦੇ ਦੇਣਗੇ, ਫਿਰ ਉਹਨਾਂ ਨੇ 2000 ਅਨਾਊਂਸ ਕਰ ਦਿੱਤਾ, ਫਿਰ ਉਹਨਾਂ ਨੇ ਕਿਹਾ ਕਿ ਸਕੂਟੀ ਵੀ ਦੇ ਦਿਆਂਗੇ ਅਸੀਂ, ਫਿਰ ਕਹਿੰਦੇ ਕਿ ਅਸੀਂ ਆਹ ਵੀ ਦੇ ਦੇਣਾ, ਦੂਸਰੀ ਪਾਰਟੀ ਕਹਿੰਦੀ ਕਿ ਅਸੀਂ ਆਹ ਕਰ ਦੇਣਾ। ਇਹ ਚੀਜ਼ਾਂ ਕਿਵੇਂ ਲੱਗਦੀਆਂ ਤੁਹਾਨੂੰ ਜਦੋਂ ਤੁਸੀਂ, ਕਿਉਂਕਿ ਤੁਹਾਡੀ ਪਰਵਰਿਸ਼ ਵਿਦੇਸ਼ ਦੇ ਵਿੱਚ ਹੋਈ ਹੈ, ਯੂਐਸਏ ਦੇ ਵਿੱਚ ਬਹੁਤ ਅੱਗੇ ਮੰਨਿਆ ਜਾਂਦਾ ਕਿ ਯੂਐਸਏ ਤਾਂ ਬਹੁਤ ਦਿਨ ਰਾਤ ਦਾ ਫਰਕ ਹੈ ਇੰਡੀਆ ਨਾਲ? ਨਹੀਂ, ਮੈਂ ਕਹੂੰਗੀ ਵੀ ਜਿਹੜੇ ਇਹ ਮਤਲਬ ਵਾਅਦੇ ਹੈਗੇ ਆ ਸਾਰੇ, ਹੈ ਨਾ, ਆਮ ਆਦਮੀ ਪਾਰਟੀ ਨੇ ਉਹ ਵਾਅਦੇ ਕੀਤੇ ਜੋ ਇੱਕ ਸਧਾਰਨ ਫੈਮਿਲੀ ਨੂੰ ਉਹਨਾਂ ਦੀ ਜਿਹੜੀ ਮਤਲਬ ਇੱਕ ਤਰ੍ਹਾਂ ਦੀ ਲਾਈਫ ਸਟਾਈਲ ਅਪਲਿਫਟਮੈਂਟ ਦੇ ਲਈ ਉਹਨਾਂ ਦੀ ਇੰਪਰੋਵਾਈਜ਼ੇਸ਼ਨ ਹੋਵੇ, ਹੈ ਨਾ, ਉਹ ਵਾਅਦੇ ਕੀਤੇ ਆ ਉਹਨਾਂ ਨੇ। ਕੋਈ ਇਹਨਾਂ ਵਾਂਗੂ ਫੈਂਸੀ ਵਾਅਦੇ ਨਹੀਂ ਕੀਤੇ ਹੈਗੇ, ਜਾਂ ਇਹਨਾਂ ਵਾਂਗੂ ਜੋ ਇਹਨਾਂ ਦੇ ਵੱਡੀਆਂ ਗੱਲਾਂ ਹੈਗੀਆਂ ਜਿਹੜੀਆਂ ਉਹਨਾਂ ਨੇ ਪੂਰੀਆਂ ਵੀ ਨਹੀਂ ਕਰਨੀਆਂ, ਉਹ ਸਿਰਫ ਇਹਨਾਂ ਦੇ ਆਈ ਵੁੱਡ ਰਾਦਰ ਸੇ ਜੁਮਲੇ ਹੈਗੇ ਆ, ਹੈ ਨਾ। ਉਹਨਾਂ ਦੇ ਵਾਅਦੇ ਵੀ ਨਹੀਂ ਕਹਿ ਸਕਦੇ, ਕਿਉਂਕਿ ਵਾਅਦਾ ਤਾਂ ਉਹ ਹੁੰਦਾ ਜੇ ਉਹ ਨਿਭਾਉਣ। ਅਸੀਂ ਗਰੰਟੀਆਂ ਦੇ ਰਹੇ ਹਾਂ, ਅਤੇ ਅਸੀਂ ਗਰੰਟੀ ਪੂਰੀ ਵੀ ਕਰਾਂਗੇ। ਯੂਐਸਏ ਵਾਲੇ ਹੋਰ ਜਿਹੜੇ ਦੋਸਤ ਹੋਣ, ਤੁਸੀਂ ਕਹੋ
ਪਲਾਨ ਕਰਦੇ ਹੋ ਉਹਨਾਂ ਦਾ ਜਾਂ ਡਿਸਕਸ ਕਰਦੇ ਹੋ ਭਾਈ ਇਸ ਤਾਂ ਸਾਡੇ ਤਾਂ ਐਵੇਂ ਪ੍ਰਚਾਰ ਚੱਲ ਰਿਹਾ ਹੈ, ਉਹ ਲੋਕ ਕੀ ਸੋਚਦੇ ਆ ਫਿਰ ਜਿਹੜੇ ਉਧਰ ਦੇ, ਜਿਨ੍ਹਾਂ ਦਾ ਬਰਥ ਹੀ ਉਧਰ ਦਾ ਹੈ, ਬੋਰਨ ਉਧਰ ਦੇ ਨੇ ਸਾਰੇ ਲੋਕ? ਨਹੀਂ ਕਈ ਵਾਰੀ ਬੜੀਆਂ ਫਨੀ ਕਨਵਰਸੇਸ਼ਨਸ ਹੁੰਦੀਆਂ, ਬਟ ਰਾਈਟ ਨਾਓ ਮੈਨੂੰ ਟੌਪ ਆਫ ਦਾ ਹੈਡ ਕੋਈ ਯਾਦ ਨਹੀਂ ਹੈਗੀ, ਪਰ ਕਈ ਹੋ ਜਾਂਦੀ ਹੈ ਨਾ ਕਈ ਵਾਰੀ, ਜਿਵੇਂ ਮਤਲਬ ਮੈਂ ਕੋਈ ਪੋਸਟ ਸ਼ੇਅਰ ਕੀਤੀ ਹੋਈ ਹੈਗੀ ਹੈ, ਦੈਨ ਆਈ ਹੈਵ ਟੂ ਐਕਸਪਲੇਨ, ਕਿਉਂਕਿ ਉਹ ਪੰਜਾਬੀ ਵਿੱਚ ਹੁੰਦੀ ਹੈ ਤਾਂ ਉਹ ਮੈਨੂੰ ਪੁੱਛਦੇ ਵੀ ਇਹਦਾ ਮਤਲਬ ਕੀ ਹੈਗਾ ਹੈ ਨਾ, ਤਾਂ ਉਹਨਾਂ ਦੀਆਂ ਜਿਹੜੀਆਂ ਮਤਲਬ ਉਹ ਹੈਰਾਨ ਹੁੰਦੇ ਆ ਕਈਆਂ ਚੀਜ਼ਾਂ 'ਤੇ ਵੀ, ਮਤਲਬ ਲਾਈਕ ਜਦੋਂ ਮੈਂ ਉਹਨਾਂ ਨੂੰ ਦੱਸਿਆ ਸੀਗਾ ਕਿ ਅਸੀਂ ਲਾਈਕ ਇਹ 1000 ਰੁਪਏ ਵਾਲਾ ਹੈ ਨਾ, ਦੈਨ ਦੇ ਵਰ ਲਾਈਕ 1000 ਰੁਪਇਆ ਉੱਥੇ ਦੇ $12-13 ਵੀ ਨਹੀਂ ਹੈਗੇ, ਅਤੇ $12-13 ਉੱਥੇ ਆਮ ਬੰਦਾ ਇੱਕ ਜੇ ਕਿਤੇ ਖਾਣ ਜਾ ਰਿਹਾ ਤਾਂ ਮਤਲਬ ਕਿਸੇ ਫਾਸਟ ਫੂਡ 'ਤੇ ਉੱਥੇ ਆਰਾਮ ਨਾਲ ਖਰਚ ਜਾਂਦਾ, ਤਾਂ ਉਹ ਲੋਕਾਂ ਨੂੰ ਇਹ ਚੀਜ਼ ਬਹੁਤ ਆਈ ਥਿੰਕ ਸ਼ੌਕਿੰਗ ਸੀਗੀ ਕਿ ਇਹ ਵੀ ਲੋਕਾਂ ਲਈ ਬਹੁਤ ਲਾਈਕ ਵੀ ਪੰਜਾਬ ਦੇ ਵਿੱਚ ਲਾਈਕ ਇੰਨੀ ਮਾੜੀ ਸਿਚੁਏਸ਼ਨ ਹੋ ਗਈ ਹੈ ਲੋਕਾਂ ਦੀ ਕਿ ਉਹ ਇਹ ਇਹਨਾਂ ਚੀਜ਼ਾਂ ਮਤਲਬ ਲਾਈਕ ਇਟ ਹੈਜ਼ ਟੂ ਬੀ ਪਾਰਟ ਆਫ ਅ ਮੈਨੀਫੈਸਟੋ। ਮਤਲਬ ਜੇ ਸ਼ਾਇਦ ਇਹਨਾਂ ਨੇ ਪਹਿਲਾਂ ਕੰਮ ਕੀਤੇ ਹੁੰਦੇ ਤਾਂ ਇਹ ਜਿਹੜੀਆਂ ਫ੍ਰੀ ਵਾਲੀਆਂ ਚੀਜ਼ਾਂ ਦੇਣ ਦੀ ਸਾਨੂੰ। ਤੁਸੀਂ ਜਦੋਂ US 'ਚ ਬੈਠੇ ਹੁੰਦੇ ਹੋ ਹੈ ਨਾ, LA ਤੋਂ ਆਏ ਹੋ ਤੁਸੀਂ, ਤਾਂ ਉੱਥੇ ਚੀਜ਼ਾਂ ਦੇਖਦੇ ਹੋ ਵੀ ਇੰਡੀਆ ਦੀ ਪੋਲੀਟਿਕਸ ਜਾਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕੀ ਚੱਲ ਰਿਹਾ, ਹਾਸੀ ਕਿਹੜੀ ਗੱਲ ਨੂੰ ਲੈ ਕੇ ਆਉਂਦੀ ਵੀ ਆਹ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ? ਆਈ ਥਿੰਕ ਡੈਫੀਨੇਟਲੀ ਜਦੋਂ ਸਾਡੇ ਜਿਹੜੇ CM ਸਾਹਿਬ ਨੇ ਚੰਨੀ ਜੀ ਹੈ ਨਾ, ਚਲੋ ਮਤਲਬ ਹੀ ਇਜ਼ ਵੈਰੀ ਰਿਸਪੈਕਟਡ। I think it was funny for me ਜਦੋਂ ਉਹਨਾਂ ਨੇ ਇਹਨਾਂ ਦੇ ਮਤਲਬ ਉਹਨਾਂ ਨੇ ਇੱਕ ਆਪਦਾ ਆਮ ਆਦਮੀ ਔਰਾ ਕ੍ਰੀਏਟ ਕਰਨ ਦੀ ਪੂਰੀ ਜਿਹੜੀ ਉਹਨਾਂ ਨੇ ਵਾਹ ਲਾਈ ਸੀਗੀ, ਅਤੇ ਉਹਨਾਂ ਦੇ ਵੀ ਮੈਨੂੰ ਪਤਾ ਨਹੀਂ ਮੰਜਾ ਬੁਣਨਾ ਆਉਂਦਾ ਅਤੇ ਸਮਥਿੰਗ ਹੈ ਨਾ ਨਾਗਵਾਲ ਅਤੇ ਹੋਰ ਰਿਕਸ਼ਾ ਐਂਡ ਆਲ ਦੈਟ ਸਟਫ। ਆਈ ਥਿੰਕ ਇਟ ਵਾਜ਼ ਵੈਰੀ ਫਨੀ ਫॉर ਮੀ ਬਿਕਾਜ਼ ਆਈ ਥਿੰਕ ਅਸੀਂ ਕਿੰਨਾ ਚੀਜ਼ਾਂ 'ਚ ਪੈ ਰਹੇ, ਮਤਲਬ ਆਈ ਡਿਡਨਟ ਰੀਅਲੀ ਅੰਡਰਸਟੈਂਡ ਕਿ ਉਹਨਾਂ ਦਾ ਮਤਲਬ ਮਕਸਦ ਕੀ ਸੀ ਉਹ ਗੱਲਾਂ ਦੇ ਪਿੱਛੇ ਹੈ ਨਾ, ਕਿਉਂਕਿ ਆਪਾਂ ਇੱਕ ਆਈ ਥਿੰਕ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ, ਨਾ ਕਿ ਲੋਕਾਂ ਨੂੰ ਮਤਲਬ ਟੀਚ ਕਰਨਾ ਹੈ ਕਿ ਹੈ ਨਾ, ਆਈ ਮੀਨ ਸ਼ਾਇਦ ਜੇ ਉਹ ਮੰਜਿਆਂ ਦੀ ਕੋਈ ਸਕੂਲ ਦੇ ਵਿੱਚ ਕਲਾਸ ਇੰਟਰੋਡਿਊਸ ਕਰਦੇ ਤਾਂ ਮੈਂ ਮੇਬੀ ਆਈ ਥਿੰਕ ਉਹਨਾਂ ਨੂੰ ਆਪਾਂ ਟੀਚਰ ਜ਼ਰੂਰ ਰੱਖਾਂਗੇ ਉਹਨਾਂ ਚੀਜ਼ਾਂ ਲਈ, ਬਟ ਆਈ ਡਿਡਨਟ ਅੰਡਰਸਟੈਂਡ ਵੀ ਉਹਨਾਂ ਦਾ ਉਹ ਚਲਾਉਂਦੇ ਦੇਖਿਆ ਚਰਨਜੀਤ ਚੰਨੀ ਨੂੰ ਤੁਸੀਂ? ਹਾਂਜੀ, ਉਹ ਜਿਹੜੀਆਂ ਮਤਲਬ ਉਹ ਵੀਡੀਓਜ਼ ਦੀਆਂ ਦੇਖੀਆਂ ਹੋਈਆਂ ਹੈਗੀਆਂ ਕਿ ਹੈ ਨਾ ਕਿ ਮੈਨੂੰ ਤਾਂ ਬੱਸ ਵੀ ਚਲਾਉਣੀ ਆਉਂਦੀ ਹੈ ਜੀ, ਰਿਕਸ਼ਾ ਚਲਾਉਂਦਾ ਰਿਹਾ ਮੈਂ, ਆਈ ਡੋਂਟ ਨੋ ਲਾਈਕ ਆਲ ਦੈਟ, ਟੈਂਟ ਲਾਉਂਦਾ ਰਿਹਾ ਰਿਕਸ਼ਾ ਨੇ, ਸੌਰੀ ਟੈਂਟ ਹੈ ਨਾ, ਅਤੇ ਉਹ ਜਿਹੜੀਆਂ ਮਤਲਬ ਉਹ ਸਾਰਾ ਉਹਨਾਂ ਨੇ ਜਿਹੜਾ ਕੰਮ ਗਣਾਏ ਉਹਨਾਂ ਨੇ, ਉਹ ਕਹਿੰਦੇ ਕਿ ਮੈਂ ਟੈਂਟ ਵੀ ਲਾਉਂਦਾ ਰਿਹਾ, ਮੈਂ ਪੱਠੇ ਵੀ ਵੱਢ ਲੈਣਾ, ਮੈਂ ਨਾਗਵਾਲ ਦਾ ਤੁਸੀਂ ਜ਼ਿਕਰ ਕਰ ਹੀ ਲਿਆ, ਮਾਈਕ ਵੀ ਠੀਕ ਕਰਨੇ ਉਹਦੇ, ਸਾਰੀਆਂ ਚੀਜ਼ਾਂ ਦਾ ਕਹਿੰਦੇ ਮੈਂ ਆਮ ਆਦਮੀ ਆ, ਉਹ ਕਹਿੰਦੇ ਕੇਜਰੀਵਾਲ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਗਾ ਕਹਿੰਦੇ ਕੁਛ ਨਹੀਂ, ਉਹੀ ਮਤਲਬ ਉਹੀ ਚੀਜ਼ ਹੈ ਨਾ, ਆਈ ਡਿਡਨਟ ਫਾਈਂਡ ਲਾਈਕ ਆਈ ਥਿੰਕ he had power, ਉਹਨਾਂ ਕੋਲ ਪਾਵਰ ਸੀਗੀ ਹੈ ਨਾ, ਐਂਡ ਆਈ ਥਿੰਕ ਇਨਫ ਟਾਈਮ ਸੀਗਾ ਕਿ ਉਹ ਲੋਕਾਂ ਦੇ ਲਈ ਕੰਮ ਕਰ ਸਕਦੇ ਸੀ, ਰਾਦਰ ਦੈਨ ਡੂਇੰਗ ਉਹ ਕਰਨ ਦੇ ਉਹਨਾਂ ਨੇ ਜਿਹੜੀ ਇਹ ਆਈ ਵੁੱਡ ਸੇ ਨੌਨਸੈਂਸ ਕੈਂਪੇਨਿੰਗ ਕੀਤੀ ਹੈ, ਅਤੇ ਉੱਥੇ ਕਿੰਨਾ ਪੰਜਾਬ ਦਾ ਲਾਈਕ ਸਰਕਾਰੀ ਪੈਸਾ ਵੇਸਟ ਹੋਇਆ, ਆਈ ਥਿੰਕ ਉਹ ਲੋਕਾਂ ਦੇ ਕੰਮ ਆ ਸਕਦਾ ਸੀ। ਭਗਵੰਤ ਮਾਨ ਕਿਹੋ ਜਿਹੇ ਲੱਗਦੇ ਤੁਹਾਨੂੰ? ਮੈਂ ਹਮੇਸ਼ਾ ਫੈਨ ਹਾਂ ਉਹਨਾਂ ਦੀ। ਮੈਂ ਆਈਲ ਟੈਲ ਯੂ ਦਿਸ ਫਨੀਸ ਥਿੰਗ, ਸਾਡੇ ਫੈਮਿਲੀ ਫਰੈਂਡ ਸੀਗੇ, ਉਹਨਾਂ ਦੇ ਬੇਟੇ ਦਾ ਵਿਆਹ ਸੀ, ਮੈਂ ਪਹਿਲੀ ਵਾਰੀ ਉਹਨਾਂ ਨੂੰ ਉੱਥੇ ਦੇਖਿਆ ਸੀ, ਐਂਡ ਆਈ ਹੈਡ ਮਾਈ ਫੈਨ ਮੋਮੈਂਟ ਵੈਨ ਵਿਦ ਹਿਮ, ਜਦੋਂ ਮੈਨੂੰ ਲੱਗਦਾ ਮੈਂ ਦੂਸਰੀ ਜਾਂ ਤੀਸਰੀ ਕਲਾਸ ਵਿੱਚ ਸੀ, ਸੋ ਆਈ ਹੈਵ ਆਲਵੇਜ਼ ਬਿਨ ਫੈਨ ਆਫ ਹਿਮ। ਮੈਂ ਛੋਟੇ ਹੁੰਦੇ ਉਸ ਜਿਹੜੇ ਉਹਨਾਂ ਦੀਆਂ ਟੇਪਸ ਵਾਲਾ ਹੈ ਨਾ, ਉਹਨਾਂ ਜਿਹੜੀਆਂ ਰੀਲ ਵਾਲੀਆਂ ਟੇਪਸ ਮੈਂ ਸੁਣੀਆਂ ਹੈਗੀਆਂ, ਉਹਨਾਂ ਦੀਆਂ ਨੋਨ ਸਟਾਪ ਅਤੇ ਉਹ ਫੁੱਲ ਸਪੀਡ, ਉਹ ਸਾਰਾ ਕੁਛ ਮੈਂ ਉਹਨਾਂ ਦਾ ਸੁਣਿਆ, ਸੋ ਆਲਵੇਜ਼ ਗਰਮਾ ਗਰਮ। ਹਾਂਜੀ, ਮੈਂ ਉਹੀ ਹੈ, ਮੈਂ ਆਈ ਹੈਵ ਆਲਵੇਜ਼ ਬਿਨ ਫੈਨ ਆਫ ਹਿਮ, ਸੋ ਐਂਡ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ, ਜਿਹੜੇ ਮੁੱਦੇ ਚੁੱਕੇ ਆ, ਹੀ ਹੈਜ਼ ਲੌਜਿਕ ਇਨ ਐਵਰੀਥਿੰਗ, ਸਟਾਇਰਸ ਡੈਫੀਨੇਟਲੀ ਹੈਗੇ ਆ ਨਾ, ਉਹ ਲੋਕਾਂ ਨੂੰ ਮਤਲਬ ਉਹ ਹੀ ਹੈਜ਼ ਬਿਨ ਵਰਕਿੰਗ ਹਾਰਡ ਪਿਛਲੇ 10 ਸਾਲਾਂ ਤੋਂ, ਲੋਕਾਂ ਨੂੰ ਜਿਵੇਂ ਤਰ੍ਹਾਂ ਵੀ ਉਹਨਾਂ ਦੀਆਂ ਪ੍ਰੋਬਲਮਸ ਤੋਂ ਉਹਨਾਂ ਨੂੰ ਲੋਕਾਂ ਨੂੰ ਰਿਲੀਵ ਦਿਵਾਉਣ ਲਈ। ਕੇਜਰੀਵਾਲ ਦੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਤੁਹਾਨੂੰ? ਆਈ ਥਿੰਕ ਉਹ ਇਮਾਨਦਾਰ ਹੈ, ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ, ਅਤੇ ਐਂਡ ਉਹਨਾਂ ਨੇ ਦਿੱਲੀ ਨੂੰ ਚੇਂਜ ਕੀਤਾ ਅਤੇ ਉਹ ਪੰਜਾਬ ਨੂੰ ਵੀ ਕਰਨਗੇ। ਨਵਜੋਤ ਸਿੱਧੂ ਕਿੱਦਾਂ ਦੇ ਲੱਗਦੇ? ਮਾਈ ਪਰਸਨਲ ਓਪੀਨੀਅਨਸ ਜਾਂ ਮਤਲਬ ਮੈਂ ਇੱਕ ਪੋਲੀਟੀਕਲ ਓਪੀਨੀਅਨ ਜਿੱਦਾਂ ਦਾ ਠੀਕ ਲੱਗੇ। ਆਈ ਪਰਸਨਲੀ ਥਿੰਕ ਮੈਨੂੰ he definitely has a very positive image ਲੋਕਾਂ ਦੇ ਵਿੱਚ ਹੈ ਨਾ, ਬਟ ਆਈ ਥਿੰਕ ਉਹ ਕਿਤੇ ਨਾ ਕਿਤੇ he has been demolised by his own party. ਸੁਖਬੀਰ ਬਾਦਲ ਕਿਹੋ ਜਿਹੇ ਲੱਗਦੇ? I would rather not talk about him. Never been a fan of ਅਕਾਲੀ ਦਲ, so ਨਹੀਂ ਮੈਂ ਉਹਨਾਂ ਬਾਰੇ ਕੋਈ। ਅਮਰਿੰਦਰ ਸਿੰਘ ਲਾਇਰ, ਬਹੁਤ ਵੱਡਾ ਧੋਖਾ ਕੀਤਾ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ, ਸਹੁੰ ਖਾ ਕੇ ਮੁੱਕਰਨ ਵਾਲੇ ਬੰਦੇ ਨੇ ਉਹ। ਤਾਂ ਗੱਲਾਂ ਵੀ ਦੱਸਦੇ ਹੋ ਤੁਸੀਂ ਲੋਕਾਂ ਨੂੰ ਜਾ ਕੇ? ਜ਼ਰੂਰ ਦੱਸੀ ਦੀ ਹੈ, ਹਾਂਜੀ, ਅਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਲੋਕਾਂ ਨੂੰ, ਉਹਨਾਂ ਨੂੰ ਐਕਚੁਅਲੀ ਲੋਕਾਂ ਨੂੰ ਇਹ ਚੀਜ਼ਾਂ ਪਹਿਲਾਂ ਹੀ ਪਤਾ ਹੈ,
ਮਤਲਬ ਇੱਕ ਤੁਸੀਂ ਉੱਥੋਂ ਦੇ ਵੋਟਰ ਔਰ ਪੰਜਾਬ ਦੇ ਵੋਟਰ ਦੇ ਵਿੱਚ ਕੀ ਫਰਕ ਮਹਿਸੂਸ ਕੀਤਾ? ਤੁਸੀਂ ਉੱਥੇ ਵੀ ਦੇਖੇ ਹੋਣੇ ਇਲੈਕਸ਼ਨਸ, ਕਿਸ ਤਰੀਕੇ ਨਾਲ ਇਲੈਕਸ਼ਨ ਹੁੰਦੇ ਆ, ਲੋਕ ਕੀ ਕਰਦੇ ਆ, ਕਿਸ ਤਰੀਕੇ ਦੀਆਂ ਗੱਲਾਂ ਹੁੰਦੀਆਂ, ਕਿਹੋ ਜਿਹਾ ਪ੍ਰਚਾਰ ਹੁੰਦਾ, ਔਰ ਇੱਥੋਂ ਦੇ ਵੋਟਰ ਦੇ ਵਿੱਚ ਔਰ USA ਦੇ ਵੋਟਰ ਦੇ ਵਿੱਚ ਕੀ ਤੁਸੀਂ ਫਰਕ ਮਹਿਸੂਸ ਕੀਤਾ? ਆਈ ਥਿੰਕ ਪਿਛਲੇ ਜਿਹੜੇ ਅਮਰੀਕਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਹੋਏ ਸੀਗੇ ਉੱਥੇ ਸਾਰਿਆਂ ਨਾਲੋਂ ਵੱਡਾ ਮੁੱਦਾ ਕੋਵਿਡ-19 ਸੀਗਾ, ਕਿਉਂਕਿ ਡੋਨਲਡ ਟਰੰਪ ਨੇ ਮਤਲਬ ਉਹਨਾਂ ਕੋਲੇ ਟਾਈਮ ਸੀ, ਉਹ ਕੰਟਰੋਲ ਕਰ ਸਕਦੇ ਸੀਗੇ, ਹੈ ਨਾ। ਕਿ ਮਤਲਬ ਲੱਖਾਂ ਲੋਕ ਦੀ ਮੌਤ ਹੋ ਗਈ ਕੋਵਿਡ-19 ਕਰਕੇ। ਉਹ ਤਾਂ ਮੰਨਦੇ ਹੀ ਨਹੀਂ ਸੀ, ਮਾਸਕ ਵੀ ਨਹੀਂ ਪਾਉਂਦੇ ਸੀ। ਨਹੀਂ, ਐਂਡ ਉਹਨਾਂ ਨੇ ਨਾਟ ਜਸਟ ਦੈਟ, ਉਹਨਾਂ ਨੇ ਮਿਸ ਇਨਫੋਰਮੇਸ਼ਨ ਇੰਨੀ ਕੁ ਫੈਲਾਈ। ਮਤਲਬ ਇੱਕ ਬੰਦਾ ਜੋ ਪ੍ਰੈਜ਼ੀਡੈਂਸ਼ੀਅਲ ਸੀਟ 'ਤੇ ਹੈਗਾ ਹੈ ਨਾ, ਆਈ ਥਿੰਕ ਉਹਨਾਂ ਨੂੰ ਇਹ ਚੀਜ਼ ਇਟਸ ਨਾਟ ਅਪਰੋਪਰੀਏਟ ਫॉर ਹਿਮ ਕਿ ਉਹ ਇੰਨੀਆਂ ਮਤਲਬ ਗਲਤ ਗੱਲਾਂ ਕਹਿਣ ਇਨ ਅ ਸੀਰੀਜ਼। ਅਤੇ ਉਹ ਮਤਲਬ ਉਹ ਮਿਸੋਜਨਿਸਟਿਕ ਉਹ ਸੀਗੇ, ਹੈ ਨਾ। ਉਹਨਾਂ ਨੇ ਬਹੁਤ ਸਾਰੀਆਂ ਲਾਈਕ ਜਿਹੜੀਆਂ ਕਰੂਐਲਿਟੀ ਅਤੇ ਜਾਂ ਮਤਲਬ ਹੇਟਰੇਟ ਸਪਰੈਡ ਕਰਨ ਵਾਲੀਆਂ ਗੱਲਾਂ ਕੀਤੀਆਂ। ਸੋ ਡੈਫੀਨੇਟਲੀ ਲੋਕਾਂ ਨੇ ਉਹ ਚੀਜ਼ ਸਮਝੀ, ਪੰਜਾਬ ਦੇ ਲੋਕ ਵੀ ਉਹ ਸਮਝਦੇ ਹੈਗੇ ਆ। ਸੋ ਮੈਨੂੰ ਲੱਗਦਾ ਹੈ ਐਤਕੀ ਬਦਲਾਅ ਹੋਊ। ਕਿਹੜੀ ਚੀਜ਼ ਮਾੜੀ ਲੱਗਦੀ ਹੈ ਵੀ ਪੰਜਾਬ ਦੇ ਵੋਟਰਸ 'ਚ ਆਹ ਚੀਜ਼ ਨਹੀਂ ਹੋਣੀ ਚਾਹੀਦੀ? ਆਈ ਥਿੰਕ ਪੈਸਾ ਅਤੇ ਸ਼ਰਾਬ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਮੈਂ ਮੰਨਦੀ ਹਾਂ। ਪਰ ਮੈਂ ਇੱਕ ਇਹ ਵੀ ਚੀਜ਼ ਦੇਖਦੀ ਹਾਂ ਕਿ ਪੈਸੇ ਦੇ ਪੁਆਇੰਟ ਆਫ ਵਿਊ ਤੋਂ ਕਿ ਇਹਨਾਂ ਨੇ 70 ਸਾਲਾਂ ਵਿੱਚ ਇੱਕ ਐਵੇਂ ਦਾ ਸਿਸਟਮ ਬਣਾਤਾ ਕਿ ਲੋਕਾਂ ਦੀ ਜਿਹੜੀ ਸੋਚ ਹੈਗੀ ਹੈ ਨਾ, ਉਹ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦੀ ਹੈ। ਉਹਨਾਂ ਦੀ ਕੱਲ੍ਹ ਤੱਕ ਦੀ ਵੀ ਮਤਲਬ ਇੱਕ ਲਾਈਕ ਦ ਵੈਰੀ ਨੈਕਸਟ ਡੇ ਤੱਕ ਦੀ ਵੀ ਉਹਨਾਂ ਦੀ ਸੋਚ ਡਿਵੈਲਪ ਹੀ ਨਹੀਂ ਕੀਤੀ। ਜੇ ਸ਼ਾਇਦ ਉਹ ਕੀਤੀ ਹੁੰਦੀ ਤਾਂ ਆਈ ਥਿੰਕ ਐਜੂਕੇਸ਼ਨ ਸਿਸਟਮ ਦਾ ਵੀ ਇੰਨਾ ਮਾੜਾ ਹਾਲ ਨਹੀਂ ਸੀ ਹੋਣਾ, ਹੈਲਥ ਕੇਅਰ ਸਿਸਟਮ ਵੀ ਸ਼ਾਇਦ ਲੋਕੀ ਉਹਨਾਂ ਚੀਜ਼ਾਂ ਨੂੰ ਚੈੱਕ ਰੱਖਦੇ। ਸੋ ਕਿਤੇ ਨਾ ਕਿ ਜਿੱਥੇ ਮਤਲਬ ਇਹ ਜਿਹੜੀਆਂ ਪੋਲੀਟੀਕਲ ਪਾਰਟੀਜ਼ ਰਿਸਪੋਂਸੀਬਲ ਇਹ ਸਾਰੀ ਸਿਚੁਏਸ਼ਨ ਨਹੀਂ ਹੈਗੀਆਂ, ਉੱਥੇ ਮਤਲਬ ਜਿਹੜੇ ਲੋਕਾਂ ਦੀ ਜਿਹੜੀ ਆਪਦੀ ਵਾਚ ਡੌਗ ਦੀ ਜਿਹੜੀ ਉਹਨਾਂ ਦੀ ਜੌਬ ਸੀਗੀ ਉਹਨਾਂ ਨੇ ਉਹ ਵੀ ਨਹੀਂ ਕੀਤੀ ਹੈਗੀ। ਫਰੀਦਕੋਟ ਲਈ ਤੁਹਾਨੂੰ ਕੀ ਲੱਗਦਾ? ਫਰੀਦਕੋਟ ਨੂੰ ਕਿੱਥੇ 'ਚ ਖੜਾ ਦੇਖਦੇ ਹੋ? ਤੁਹਾਡਾ ਬਰਥ USA ਦਾ ਹੀ ਹੈ? ਤੁਹਾਡਾ ਇੱਥੋਂ ਦਾ ਬਰਥ USA, ਔਰ ਫਰੀਦਕੋਟ ਨੂੰ ਲੈ ਕੇ ਕੀ ਵਿਜ਼ਨ ਕੀ ਹੈ ਤੁਹਾਡੇ ਫਾਦਰ ਸਾਹਿਬ ਦਾ? ਤੁਸੀਂ ਕੀ ਕਹਿੰਦੇ ਹੋ ਵੀ ਪਾਪਾ ਆਹ ਕੰਮ ਹੋਣਾ ਚਾਹੀਦਾ ਜੇ ਤੁਸੀਂ MLA ਬਣਦੇ ਹੋ ਤਾਂ? ਕਿਉਂਕਿ ਮੇਰਾ ਹੈਲਥ ਕੇਅਰ ਨਾਲ ਜ਼ਿਆਦਾ ਵਾਸਤਾ ਹੈਗਾ, ਸੋ ਡੈਫੀਨੇਟਲੀ ਆਈ ਵਾਂਟ ਕਿ ਐਟਲੀਸਟ ਹਰ ਬੰਦਾ ਫਰੀਦਕੋਟ ਦਾ ਹੋਵੇ, ਚਾਹੇ ਉਹ ਪੰਜਾਬ ਦਾ ਹੋਵੇ, ਚਾਹੇ ਉਹ ਇੰਟਾਇਰ ਇੰਡੀਆ ਦਾ ਹੋਵੇ। ਆਈ ਪਰਸਨਲੀ ਥਿੰਕ ਕਿ ਉਹ ਘੱਟੋ ਘੱਟ ਜੇ ਉਹਨੂੰ ਕਿਸੇ ਇਮੀਡੀਏਟ ਹੈਲਥ ਕੇਅਰ ਦੀ ਜ਼ਰੂਰਤ ਹੈਗੀ ਹੈ ਤਾਂ ਜਿਹੜੀ ਜਾਨ ਆਪਾਂ ਬਚਾ ਸਕਦੇ ਹਾਂ, ਹੈ ਨਾ। ਡਾਕਟਰਾਂ ਕੋਲੇ ਮਤਲਬ ਇੰਨੀ ਪੜ੍ਹਾਈ ਕਰਦੇ ਉਹ ਇੰਨਾ ਉਹ ਮਤਲਬ ਜਿਹੜੀ ਉਹ ਇੰਨਾ ਕੁ ਜ਼ਿਆਦਾ ਰਿਸੋਰਸਿਸ ਉਹ ਆਪਾਂ ਇਨਪੁਟ ਕਰਦੇ ਹਾਂ ਉਹ ਚੀਜ਼ 'ਤੇ, ਉਹ ਯੂਜ਼ ਹੋਣ ਰਾਦਰ ਦੈਨ ਕਿ ਡਾਕਟਰਸ ਵੀ ਐਕਸਪਲੋਇਟ ਹੋ ਰਹੇ ਹੈ, ਪੇਸ਼ੈਂਟਸ ਵੀ ਐਕਸਪਲੋਇਟ ਹੋ ਰਹੇ ਹੈ ਨਾ। ਹੋਰ ਜਿਹੜੀ ਇੱਕ ਮਤਲਬ ਸਾਰੀ ਇੱਕ ਹੈਲਥ ਕੇਅਰ ਟੀਮ ਹੈਗੀ ਉਹ ਐਕਸਪਲੋਇਟ ਹੋ ਰਹੀ ਹੈ, ਕਿਉਂਕਿ ਉਹ ਚਾਹੁੰਦੇ ਹੀ ਨਹੀਂ ਗੇ ਕਿ ਆਮ ਲੋਕ ਮਤਲਬ ਉਹ ਹੈ ਨਾ। ਤਾਂ ਆਈ ਵਾਂਟ ਕਿ ਐਟਲੀਸਟ ਜਿਹੜੀ ਜਾਨ ਆਪਾਂ ਬਚਾ ਸਕਦੇ ਹਾਂ ਉਹ ਬਚੇ। ਇੱਕ ਦੋ ਮੇਰੇ ਹੋਰ ਛੋਟੇ ਨਿੱਜੀ ਸਵਾਲ ਨੇ। ਜਦੋਂ ਫਾਦਰ ਸਾਹਿਬ ਨੂੰ ਤੁਹਾਡੀ ਟਿਕਟ ਅਨਾਉਂਸ ਹੋਈ, ਉਹ ਤੁਸੀਂ ਕਿਉਂ ਸਮਝਿਆ ਵੀ ਹਾਂ ਵੀ ਜਾਣਾ ਚਾਹੀਦਾ ਵੀ ਠੀਕ ਹੈ? ਦੁੱਖ ਸੁੱਖ ਦੇ ਵਿੱਚ ਤਾਂ ਕਹਿੰਦੇ ਕਿ ਧੀਆਂ ਨਾਲ ਖੜ੍ਹਦੀਆਂ ਨੇ, ਹੁਣ ਧੀਆਂ ਕੰਪੇਨਿੰਗ ਕਰਨ ਵਾਸਤੇ ਵੀ ਨਾਲ ਖੜੀਆਂ ਨੇ ਆ ਕੇ, ਔਰ ਫੈਮਿਲੀ ਦਾ ਰਿਐਕਸ਼ਨ ਤੁਸੀਂ ਦੱਸ ਦਿੱਤਾ, ਪਰ ਕਿਉਂ ਆਉਣਾ ਜ਼ਰੂਰੀ ਸਮਝਿਆ ਭਾਈ ਜਾ ਕੇ ਆਵਾਂ? ਫਰਕ ਪਊਗਾ ਤੁਹਾਡੇ ਆਉਣ ਨਾਲ ਇੱਥੇ, ਜਾਂ ਠੀਕ ਹੈ ਵੀ ਹਾਂ ਫਾਦਰ ਸਾਹਿਬ MLA ਦੇ ਇਲੈਕਸ਼ਨ 'ਚ ਖੜੇ ਆ ਵੀ ਧੀ ਦਾ ਫਰਜ਼ ਸਮਝ ਕੇ ਆਏ? ਨਹੀਂ, ਡੈਫੀਨੇਟਲੀ ਲੋਕ ਮਤਲਬ ਮੈਂ ਸਮਝਦੀ ਹਾਂ ਕਿ ਆਈ ਥਿੰਕ ਹਰ ਇੱਕ ਬੰਦਾ ਜਿੰਨੇ ਜੋਗਾ ਵੀ ਹੈਗਾ ਉਹਨਾਂ ਨੂੰ ਕਰਨੀ ਚਾਹੀਦੀ ਹੈ। ਅਤੇ ਆਪਾਂ ਹੁਣ ਪੰਜਾਬ ਬਚਾ ਰਹੇ ਹਾਂ, ਸੋ ਮੈਨੂੰ ਲੱਗਦਾ ਇਹ ਮੇਰਾ ਫਰਜ਼ ਹੈ। ਡੈਫੀਨੇਟਲੀ ਪਾਪਾ ਪ੍ਰਤੀ ਵੀ ਮੇਰਾ ਫਰਜ਼ ਹੈਗਾ ਕਿ ਉਹਨਾਂ ਦੀ ਸਪੋਰਟ ਵੀ ਕਰਨੀ ਹੈ। ਐਟ ਦ ਸੇਮ ਟਾਈਮ ਆਈ ਥਿੰਕ ਮੇਰਾ ਪੰਜਾਬ ਪ੍ਰਤੀ ਵੀ, ਅਸੀਂ ਪੰਜਾਬੀ ਹਾਂ ਐਟ ਦੀ ਐਂਡ ਆਫ ਦਾ ਡੇ, ਚਾਹੇ ਅਸੀਂ ਉੱਥੇ ਵੀ ਰਹੀਏ। ਸਾਡੀ ਜਦੋਂ ਇੱਕ ਹੁੰਦਾ ਨਾ ਕਿ ਸਾਨੂੰ ਪੁੱਛਦੇ ਹੈ ਕਿ ਤੁਸੀਂ ਰੇਸ ਕੀ ਹੋ, ਤਾਂ ਉੱਥੇ ਪੁੱਛਦੇ ਹੈ ਕਿ ਤੁਸੀਂ ਕਿੱਥੋਂ ਹੋ, ਅਸੀਂ ਏਸ਼ੀਅਨ ਹੈ, ਅਸੀਂ ਅੱਗੇ ਇੰਡੀਅਨ ਹੈ ਨਾ। ਤਾਂ ਇਨ ਦੀ ਐਂਡ ਆਫ ਦਾ ਡੇ ਹੈਗੇ ਤਾਂ ਭਾਵੇਂ ਅਸੀਂ ਉੱਥੇ ਰਹਿ ਰਹੇ ਹਾਂ, ਉੱਥੋਂ ਦੇ ਅਸੀਂ ਕੁਛ ਮਰਜ਼ੀ ਬਣ ਜਾਈਏ, ਹੈ ਨਾ, ਪਰ ਇਨ ਦੀ ਐਂਡ ਆਫ ਦਾ ਡੇ ਅਸੀਂ ਜਿਹੜੇ ਹੈਗੇ ਤਾਂ ਇੰਡੀਅਨਸ ਹੈ ਨਾ। ਉਸ ਤੋਂ ਬਾਅਦ ਅਸੀਂ ਪੰਜਾਬੀ ਹਾਂ। ਸੋ ਪੰਜਾਬ ਪ੍ਰਤੀ ਜੋ ਮੇਰੇ ਫਰਜ਼ ਹੈਗੇ ਉਹ ਤਾਂ ਜ਼ਰੂਰ ਉਸੇ ਕਰਕੇ ਮੈਂ ਇੱਥੇ ਹੈਗੀ ਹਾਂ। ਉੱਥੇ ਜਦੋਂ ਬੈਠੇ ਹੁੰਦੇ ਹੋ ਦੇਖਦੇ ਹੋ ਵੀ ਪੰਜਾਬ ਦੇ ਵਿੱਚ ਆ ਕੀ ਹੋ ਰਿਹਾ, ਤਾਂ ਕੀ ਮਹਿਸੂਸ ਹੁੰਦਾ? ਮੈਂ ਕਈ ਵਾਰੀ ਇਹ ਸੋਚਦੀ ਹੁੰਦੀ ਹਾਂ ਕਿ ਸ਼ਾਇਦ ਪੰਜਾਬ ਬੈਟਰ ਹੋ ਸਕਦਾ ਸੀ, ਪਰ ਹੋ ਨਹੀਂ ਦਿੱਤਾ ਗਿਆ। ਪੰਜਾਬ ਕੈਲੀਫੋਰਨੀਆ ਬਣ ਸਕਦਾ ਕਦੇ? ਮੈਂ ਚਾਹੂੰਗੀ ਕਿ ਪੰਜਾਬ ਕੈਲੀਫੋਰਨੀਆ ਨਾ ਹੀ ਬਣੇ ਤਾਂ ਚੰਗੀ ਗੱਲ ਹੈ। ਕਿਉਂ? ਸਿਆਸਤਦਾਨ ਤਾਂ ਕਹਿੰਦੇ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ, ਕੋਈ ਕਹਿੰਦਾ ਪੈਰਿਸ ਬਣਾ ਦੇਣਾ। ਨਹੀਂ, ਕੈਲੀਫੋਰਨੀਆ ਜੇ ਤੁਸੀਂ ਜਾਓ, ਮੈਂ ਕੈਲੀਫੋਰਨੀਆ ਹੀ ਰਹਿੰਦੀ ਹੈ ਨਾ। ਕੈਲੀਫੋਰਨੀਆ ਆਈ ਡੋਂਟ ਨੋ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਨਹੀਂ ਪਤਾ, ਕੈਲੀਫੋਰਨੀਆ ਇੱਕ ਡੈਜ਼ਰਟ ਹੈ। ਉੱਥੇ ਸਿਰਫ ਸਰਦੀਆਂ ਦੇ ਵਿੱਚ ਮੀਂਹ ਪੈਂਦਾ ਪਰ ਉੱਥੇ ਵੀ ਧਰਤੀ ਉਪਜਾਊ ਬਣਾਈ ਹੈ ਉਹਨਾਂ ਨੇ, ਕਿਉਂਕਿ ਉੱਥੇ ਸਿਸਟਮ ਮਤਲਬ ਉਹਨਾਂ ਨੇ ਪਾਣੀ
ਜਿਹੜਾ ਰਿਸੋਰਸਸ ਨੂੰ ਪ੍ਰੀਜ਼ਰਵ ਕਰਕੇ। ਇੱਥੇ ਆਪਾਂ ਨੂੰ ਇਹ ਵੀ ਕਹਿੰਦੇ ਡੈਜ਼ਰਟ ਬਣ ਜਾਣਾ ਥੋੜੇ ਕੁ ਸਾਲਾਂ ਦੀ ਹੈ, ਕਿਉਂਕਿ ਗਰਾਊਂਡ ਵਾਟਰ ਤਾਂ ਖਤਮ ਹੋਈ ਜਾਂਦਾ। ਮੈਂ ਉਹੀ ਕਹਿ ਰਹੀ ਹਾਂ, ਇਹਨੂੰ ਡੈਜ਼ਰਟ ਨਾ ਬਣਨ ਦਈਏ, ਇਹਨੂੰ ਪੰਜਾਬ ਹੀ ਰਹਿਣ ਦਈਏ। ਆਪਾਂ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਹੈਗੀ ਇਹਨੂੰ। ਆਪਾਂ ਮਤਲਬ ਉਹੀ ਹੈ ਨਾ ਵੀ ਇਹਦਾ ਜਿਹੜਾ ਪੰਜਾਬ ਦਾ ਸਿਸਟਮ ਠੀਕ ਕਰ ਲਈਏ ਤੇ ਇਹਨੂੰ ਪੰਜਾਬ ਹੀ ਰੱਖ ਲਈਏ ਤਾਂ ਚੰਗੀ ਗੱਲ ਹੈ। ਭਗਵੰਤ ਮਾਨ ਬਣ ਜਾਣਗੇ ਸੀਐਮ ਐਤਕੀ ਲੱਗਦਾ? ਡੈਫੀਨੇਟਲੀ ਜ਼ਰੂਰ ਬਣਨਗੇ, ਲੋਕੀ ਬਣਾਉਣਗੇ। ਪੰਜਾਬ ਦੇ ਲੋਕੀ ਇਸ ਵਾਰੀ ਭਗਵੰਤ ਮਾਨ ਨੂੰ ਸੀਐਮ ਬਣਾਉਣਗੇ। ਧੰਨਵਾਦ, ਬਹੁਤ ਸ਼ੁਕਰੀਆ ਸਿਮਰਨ। ਸੋ ਸਿਮਰਨ ਕੌਰ ਹੁਣੀ ਸਾਡੇ ਨਾਲ ਸਨ। ਕੁੜੀ ਐਲਏ ਤੋਂ ਆਈ ਹੈ, ਆਪਣੇ ਪਿਤਾ ਵਾਸਤੇ ਪ੍ਰਚਾਰ ਕਰ ਰਹੀ ਹੈ। ਗੁਰਦੀਪ ਸਿੰਘ ਸੇਖੋਂ ਹੁਣਾਂ ਦੀ ਬੇਟੀ ਹੈ ਸਿਮਰਨ, ਜੋ ਕਿ ਗੱਲਾਂ ਇਹਨਾਂ ਨੇ ਕੀਤੀਆਂ ਨੇ। ਕਹਿੰਦੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ, ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ, ਪੰਜਾਬ ਨੂੰ ਚੰਗਾ ਬਣਾ ਦਿੱਤਾ ਜਾਏ ਤਾਂ ਕਿਉਂਕਿ ਜੋ ਸਟੈਂਡਰਡ ਹੈ ਇੱਥੋਂ ਦੇ ਲੋਕਾਂ ਦਾ ਉਹ ਠੀਕ ਕੀਤਾ ਜਾ ਸਕੇ। ਤੇ ਨਾਲ ਹੀ ਇਹ ਕਹਿ ਰਹੇ ਨੇ ਕਿ ਆਪਣਾ ਫਰਜ਼ ਸਮਝ ਕੇ ਆਈ ਹੈ। ਆਪਣੇ ਪਿਤਾ ਲਈ ਪਿਛਲੀ ਵਾਰ ਵੀ ਪ੍ਰਚਾਰ ਕਰਕੇ ਗਏ ਸੀ, ਪਰ ਇਸ ਵਾਰ ਕਹਿੰਦੇ ਕਿ ਫਰਕ ਇਸ ਸਾਨੂੰ ਮਹਿਸੂਸ ਹੋ ਰਿਹਾ ਕਿ ਲੋਕ ਦਾਅਵੇ ਨਾਲ ਕਹਿ ਰਹੇ ਕਿ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ, ਪਰ ਇਹ ਮੌਕੇ 'ਤੇ ਦੇਖਣਾ ਹੋਏਗਾ ਕਿ ਲੋਕ ਇਹਨਾਂ 'ਤੇ ਕਿੰਨਾ ਕੁ ਭਰੋਸਾ ਜਤਾਉਂਦੇ ਆ। ਕੈਮਰਾ ਪਰਸਨ ਵਿੱਕੀ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਫਰੀਦਕੋਟ।